ਆਦਿ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਾ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਵਾਰ, ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪੁਰਗਾਸ। ਮੁਖ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪੁਰਸ਼ੋਤਮੰ ਪਰਮ ਪਰਾਵਰਨਾਥ, ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ, ਹਾਥ ਜੋੜ ਪ੍ਰਣਾਮ। ਜਿਸ ਕਰਣਾ ਤੇ ਵੜਿਆਗੀ, ਪਾਵਹਿ ਗਤ ਵਿਸ਼ਰਾਮ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਏ ਸ਼੍ਰਵਣਹੁ ਮੇਰੇ ਹੋ, ਸਾਚੈ ਸੁਨਨੈ ਨੋ ਪਠਾਏ। ਸਾਚੈ ਸੁਨਨੈ ਨੋ ਪਠਾਏ, ਸਰੀਰ ਲਾਏ ਸੁਣਹੁ ਸਤ ਬਾਣੀ। ਏ ਸ਼੍ਰਵਣਹੁ ਮੇਰੇ ਹੋ, ਸਾਚੈ ਸੁਨਨੈ ਨੋ ਪਠਾਏ। ਸਾਚੈ ਸੁਨਨੈ ਨੋ ਪਠਾਏ, ਸਰੀਰ ਲਾਏ ਸੁਣਹੁ ਸਤ ਬਾਣੀ। ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਸੱਚ ਅਲਖ ਵਿਡਾਣੀ, ਤਾਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੁ। ਸਾਚੈ ਸੁਨਨੈ ਨੋ ਪਠਾਏ, ਸੱਚ ਅਲਖ ਵਿਡਾਣੀ। ਤਾਕੀ ਗਤ ਕਹੀ ਨਾ ਜਾਏ। ਕਹੈ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੁ। ਸਾਚੈ ਸੁਨਨੈ ਨੋ ਪਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ
ਗੁਰਦੁਆਰਾ ਸਾਹਿਬ ਹਾਜ਼ਰੀ ਭਰ ਰਹੇ ਹੋ। ਅੰਮ੍ਰਿਤ ਵੇਲੇ ਗੁਰੂ ਮਹਾਰਾਜ ਦਾ ਪ੍ਰਕਾਸ਼ ਹੋਇਆ ਔਰ ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰ ਜਸ ਔਰ ਚੱਲ ਰਹੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਜੋ ਕਥਾ ਹੈ 922 23 ਅੰਗ ਤੇ ਕਥਾ ਜਾਰੀ ਹੈ। ਉਹ ਨਿਤਨੇਮ ਦੀ ਬਾਣੀ ਸ਼੍ਰੀ ਆਨੰਦ ਸਾਹਿਬ ਜੀ, ਇਹ ਪਰਮ ਪਵਿੱਤਰ ਕਥਾ ਆਪ ਸਰਵਣ ਕਰਦੇ ਆ ਰਹੇ ਹੋ। 40 ਪੌੜੀਆਂ ਇਸ ਪਵਿੱਤਰ ਬਾਣੀ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀਆਂ ਹਨ ਔਰ ਹਰ ਪੌੜੀ ਦੇ ਅੰਦਰ ਇੱਕ ਜਿਸ ਤਰ੍ਹਾਂ ਕੋਈ ਅਧਿਆਇ ਹੁੰਦਾ ਹੈ, ਇੱਕ ਟੌਪਿਕ ਲੈ ਕੇ ਉਹਦੇ ਉੱਤੇ ਬੜੀ ਸੁੰਦਰ ਵਿਚਾਰ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ। ਕਿਸੇ ਵੇਲੇ ਮਨ ਪ੍ਰਤੀ, ਸਰੀਰ ਪ੍ਰਤੀ ਔਰ ਨੇਤਰਾਂ ਦੇ ਸੰਬੰਧ ਵਿੱਚ, ਰਸਨਾ ਦੇ ਸੰਬੰਧ ਵਿੱਚ ਅੱਜ ਦੀ ਜੋ ਪੌੜੀ ਹੈ ਇਹਦੇ ਵਿੱਚ ਕੰਨਾਂ ਵਾਸਤੇ ਉਪਦੇਸ਼ ਹੈ। ਕਿਉਂਕਿ ਜੁਦੇ ਜੁਦੇ ਇੰਦਰੀਏ ਹਨ, ਇਹਨਾਂ ਦੇ ਆਪੋ ਆਪਣੇ ਕਰਤੱਵ ਹੈ। ਆਤਮਾ ਜਿਹੜਾ ਉਹ ਸਾਰਿਆਂ ਦਾ ਸਾਖੀ ਚੇਤਨ ਇੱਕੋ ਹੀ ਹੈ। ਸਾਰਿਆਂ ਨੂੰ ਸੱਤਾ ਸਫੁਰਤੀ ਆਤਮਾ ਪਰਮਾਤਮਾ ਵੱਲੋਂ ਹੀ ਮਿਲ ਰਹੀ ਹੈ। ਜਿਸ ਤਰ੍ਹਾਂ ਬਾਹਰਲਾ ਦ੍ਰਿਸ਼ਟਾਂਤ ਹੈ, ਬਿਜਲੀ ਇੱਕ ਹੈ, ਯੰਤਰ ਜੁਦੇ ਜੁਦੇ ਹੈ। ਬਲਬ, ਟਿਊਬ ਹੈ ਜਾਂ ਉਹਨਾਂ 'ਚ ਵੀ ਕੋਈ ਰੰਗਦਾਰ ਹੈ। ਇਸ ਤਰ੍ਹਾਂ ਪੱਖੇ ਵਗੈਰਾ, ਹੀਟਰ ਆ, ਕੂਲਰ ਆ, AC ਜਾਂ ਹੋਰ ਵੀ ਬੜੇ ਸਾਧਨ ਘਰਾਂ ਵਿੱਚ, ਫਰਿੱਜਾਂ ਵਗੈਰਾ ਜਾਂ ਕੱਪੜੇ ਧੋਣ ਦੀਆਂ ਮਸ਼ੀਨਾਂ ਵਗੈਰਾ, ਹੋਰ ਵੀ ਬਹੁਤ ਕੁਝ ਹੈ ਜੋ ਯੰਤਰ ਬਿਜਲੀ ਦੁਆਰਾ ਚੱਲ ਰਹੇ ਹੈ। ਬਿਜਲੀ ਕੋਈ ਹੈ, ਯੰਤਰ ਜੁਦੇ ਜੁਦੇ ਹੈ। ਪਰਮਾਤਮਾ ਦੀ ਸ਼ਕਤੀ ਤਾਂ ਇੱਕੋ ਹੀ ਹੈ। 84 ਲੱਖ ਜੂਨਾਂ ਵਿੱਚ ਉਹਦੀ ਆਪਣੀ ਕਲਾ ਕੰਮ ਕਰ ਰਹੀ ਹੈ। ਸਰੀਰ ਦੇ ਵਿੱਚ ਵੀ ਇਹ ਕਿਤਨੀਆਂ ਨਾੜੀਆਂ ਔਰ ਢਾਂਚਾ ਤਿਆਰ ਕੀਤਾ ਹੋਇਆ। ਫਿਰ ਇਹਦੇ ਅੰਦਰ ਜਿਹੜੀਆਂ 5 ਇੰਦਰੀਆਂ, ਗਿਆਨ ਇੰਦਰੀਆਂ, ਮਨ ਬੁੱਧੀ ਹੈ, ਇਹ 9 ਗੋਲਕਾਂ, ਇਹ ਤਾਂ ਉਹਦੀ ਸੱਤਾ ਮਿਲ ਰਹੀ ਹੈ। ਇਹ ਤਾਂ ਇਹ ਸਾਰੇ ਇੰਦਰੀਏ ਆਪੋ ਆਪਣਾ ਕੰਮ ਕਰ ਰਹੇ ਹੈ। ਜੇ ਉਹ ਆਪਣੀ ਸ਼ਕਤੀ ਨੂੰ ਸੰਕੋਚ ਲੈ, ਸਰੀਰ ਵੀ ਪਿਆ ਹੋਇਆ ਮਾਲੂਮ ਹੁੰਦਾ, ਇੰਦਰੀਏ ਵੀ, ਪਰ ਕੋਈ ਹਰਕਤ, ਕੋਈ ਕਿਰਿਆ ਨਹੀਂ ਕਰਦੇ। ਉੱਥੋਂ ਫਿਰ ਸਿੱਧ ਹੁੰਦਾ ਕਿ ਇਹ ਸਾਰੇ ਜੜ ਹੈ। ਚੇਤਨ ਇਹਨਾਂ ਤੋਂ ਇੱਕ ਵੱਖਰੀ ਸ਼ਕਤੀ ਹੈ ਜਿਹਦੇ ਦੁਆਰਾ ਇਹ ਸਾਰੇ ਆਪੋ ਆਪਣੇ ਸਥਾਨ 'ਤੇ
ਕਾਰਜ ਕਰ ਰਹੇ ਆ। ਅੱਖਾਂ ਦੇਖਣ ਦਾ, ਕੰਨ ਸੁਣਨ ਦਾ, ਰਸਨਾ ਬੋਲਣ ਦਾ, ਪੈਰ ਚੱਲਣ ਦਾ, ਹੱਥ ਪਕੜਨ ਦਾ, ਚਮੜੀ ਸਪਰਸ਼ ਦਾ, ਮਨ ਵਿੱਚ ਫੁਰਨਾਦਕ ਹੈ, ਬੁੱਧੀ ਕੋਈ ਚੀਜ਼ ਦਾ ਨਿਸ਼ਚਾ, ਕੋਈ ਬਚਨ ਨੂੰ ਧਾਰਨ ਕਰਨਾ ਨਾ ਕਰਨਾ, ਇਹ ਨਿਰਣਾ ਕਰਦੀ ਹੈ। ਇਸੇ ਤਰ੍ਹਾਂ ਇਹ ਜਿੰਨਾ ਵੀ ਹੋ ਰਿਹਾ ਉਸ ਆਤਮਾ ਚੇਤਨ ਦੀ ਸ਼ਕਤੀ ਦੁਆਰਾ ਹੋ ਰਿਹਾ ਹੈ। ਪਰ ਇਨਸਾਨ ਉਸ ਨੂੰ ਭੁੱਲ ਕੇ ਕਈ ਵਾਰੀ ਐਸੀ ਭ੍ਰਾਂਤੀ ਕਰਦਾ ਹੈ ਕਿ ਸ਼ਾਇਦ ਮੈਂ ਹੀ ਕੁਝ ਕਰ ਰਿਹਾ ਹਾਂ। ਇਸ ਵਾਸਤੇ ਫਿਰ ਇਹਨਾਂ ਇੰਦਰੀਆਂ ਦੀ ਸਵੱਛਤਾ, ਪਵਿੱਤਰਤਾ ਵਾਸਤੇ ਮਹਾਰਾਜ ਉਪਦੇਸ਼ ਦਿੰਦੇ ਆ। ਅੱਖਾਂ ਜਿਹੜੀਆਂ ਉਹ ਕਈ ਵਾਰੀ ਦੇਖਦੀਆਂ, ਇਹਨਾਂ ਦਾ ਕੰਮ ਦੇਖਣ ਦਾ, ਗਲਤ ਵੀ ਦੇਖਦੀਆਂ, ਚੰਗਾ ਵੀ ਦੇਖਦੀਆਂ, ਉਹਦਾ ਪ੍ਰਭਾਵ ਵੀ ਮਨ ਉੱਤੇ ਪੈਂਦਾ ਹੈ। ਰਸਨਾ ਵੀ ਪੱਖ ਵੀ ਖਾਈ ਜਾਂਦੀ ਹੈ, ਚੰਗਾ ਵੀ ਖਾਂਦੀ ਹੈ, ਮਾੜਾ ਵੀ ਖਾਂਦੀ ਹੈ। ਉਹਦਾ ਪ੍ਰਭਾਵ ਵੀ ਸਰੀਰ ਔਰ ਮਨ ਬੁੱਧੀ 'ਤੇ ਪੈਂਦਾ ਹੈ। ਇਸੇ ਤਰ੍ਹਾਂ ਨਾਸਿਕਾ ਸੁਗੰਧੀ ਦੁਰਗੰਧੀ ਦਾ ਅਨੁਭਵ ਕਰਦੀ ਹੈ। ਸੁਗੰਧੀ ਦਾ ਵੱਖਰਾ ਪ੍ਰਭਾਵ ਹੈ, ਦੁਰਗੰਧੀ ਦਾ ਵੱਖਰਾ। ਔਰ ਕਿੰਨਾ ਕਲੇਸ਼ ਹੁੰਦਾ ਦੁਰਗੰਧੀ ਤੋਂ, ਦੁੱਖ ਹੁੰਦਾ ਹੈ, ਦਿਮਾਗ ਪਾਟਣਾ ਆ ਜਾਂਦਾ ਹੈ। ਸੁਗੰਧੀ ਸੁੱਖ ਦਿੰਦੀ ਹੈ। ਇਸੇ ਤਰ੍ਹਾਂ ਕੰਨਾਂ ਦਾ ਵੀ ਹੈ, ਕੰਨ ਮਾੜਾ ਵੀ ਸੁਣਦੇ ਹਨ, ਚੰਗਾ ਵੀ ਸੁਣਦੇ ਆ, ਉਹਦਾ ਵੀ ਪ੍ਰਭਾਵ ਹੈ। ਤੇ ਜਿਹੜੇ ਪੈਰ ਆ ਉਹ ਚੰਗੇ ਪਾਸੇ ਵੀ ਜਾਂਦੇ ਆ, ਬੁਰੇ ਪਾਸੇ ਵੀ ਜਾਂਦੇ ਆ, ਉਹਨਾਂ ਦਾ ਵੀ ਮਨ 'ਤੇ ਅਸਰ ਪੈਂਦਾ ਹੈ। ਹੱਥ ਜਿਹੜੇ ਚੰਗਾ ਕੰਮ ਵੀ ਕਰਦੇ ਆ, ਬੁਰਾ ਵੀ ਕਰਦੇ ਆ। ਚੰਗੇ ਦਾ ਫਲ ਵੱਖਰਾ ਹੈ, ਬੁਰੇ ਦਾ ਵੱਖਰਾ ਹੈ। ਮਨ ਜੋ ਹੈ ਚੰਗਾ ਵੀ ਸੋਚਦਾ ਹੈ, ਚੰਗੇ ਫੁਰਨੇ ਵੀ ਕਰਦਾ ਹੈ, ਬੁਰੇ ਵੀ ਕਰਦਾ ਹੈ, ਉਹਦਾ ਵੀ ਫਲ ਹੈ। ਬੁੱਧੀ ਸਹੀ ਨਿਸ਼ਚਾ ਵੀ ਕਰਦੀ ਹੈ, ਗਲਤ ਨਿਸ਼ਚਾ ਵੀ ਕਰਦੀ ਹੈ। ਕਈ ਵਾਰੀ ਗਲਤ ਨਿਸ਼ਚਾ ਕੀਤਾ, ਫਲਾਣੇ ਦਾ ਕਤਲ ਕਰ ਦਿਓ, ਉਹ ਨਿਸ਼ਚਾ ਗਲਤ ਹੈ ਨਾ, ਉਹਦਾ ਕਿੱਡਾ ਵੱਡਾ ਦੁੱਖ ਕਲੇਸ਼ ਖੜਾ ਹੋ ਜਾਂਦਾ ਹੈ, ਆਪਣੇ ਲਈ ਵੀ, ਪਰਿਵਾਰ ਲਈ ਵੀ, ਹੋਰਨਾਂ ਲਈ ਵੀ। ਇਹ ਬੁੱਧੀ ਨਿਸ਼ਚਾ ਕਿਸੇ ਦੀ ਰੱਖਿਆ ਵਾਸਤੇ ਕਰੇ, ਉਹਨੂੰ ਸ਼ਾਬਾਸ਼ ਮਿਲੇਗੀ, ਸਤਿਕਾਰ ਪਿਆਰ ਮਿਲੇਗਾ। ਇਸ ਵਾਸਤੇ ਸਾਰੇ ਸਰੀਰ, ਇੰਦਰੀਆਂ, ਮਨ ਬੁੱਧੀ ਦੀ ਪਵਿੱਤਰਤਾ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ, ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ, ਉਹਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੀ ਸੰਗਤ ਨੂੰ ਉਪਦੇਸ਼ ਦਿੱਤਾ ਹੈ। ਭਾਵੇਂ ਕਿਸੇ ਟਾਈਮ ਇੱਕ ਜਗਿਆਸੂ ਨਾਲ ਗੱਲ ਕੀਤੀ ਜਾਏ, ਪਰ ਜਿਹੜਾ ਮਹਾਂਪੁਰਖਾਂ ਦਾ ਬੋਲਣਾ ਹੁੰਦਾ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨਾ। ਉਹਨਾਂ ਦਾ ਜਿੰਨਾ ਉਪਦੇਸ਼ ਆ ਉਹ ਸਾਰਿਆਂ ਵਾਸਤੇ ਹੀ ਆ। ਨਲਕਾ ਹੈ, ਖੂਹ ਆ ਜਾਂ ਟੂਟੀਆਂ ਵਗੈਰਾ, ਟਿਊਬ ਲਿਆਏ, ਹਰੇਕ ਨੇ ਆਪੋ ਆਪਣੇ ਸੁੱਖ ਸਾਧਨ ਲਈ ਬਣਾਏ ਹੋਏ ਹੈ। ਪਰ ਜਦੋਂ ਆਕਾਸ਼ 'ਚੋਂ ਵਰਸ਼ਾ ਹੁੰਦੀ ਹੈ, ਉਹ ਸਮੁੱਚਿਆਂ ਵਾਸਤੇ ਹੀ ਹੈ।
ਇਹ ਤਾਂ ਹੈ ਨਹੀਂ ਪਿਓ ਕਿਸੇ ਦੇ ਅਧੀਨ ਆ, ਫਲਾਣੇ ਦੇ ਖੇਤ ਵਿੱਚ ਉਹ ਮੀਂਹ ਪਾਉਣ ਜਾਂ ਨਾ ਪਾਉਣ। ਸਮੁੱਚੇ ਰੂਪ 'ਚ ਹੈ। ਹਵਾ ਚੱਲ ਰਹੀ ਹੈ, ਇਹ ਨਹੀਂ ਕਿਸੇ ਨੂੰ ਸਾਹਸ ਦੇਵੇ, ਕਿਸੇ ਦਾ ਦਮ ਘੁੱਟਦਾ ਹੈ। ਸਮੁੱਚੇ ਵਾਸਤੇ ਪਾਣੀ, ਆਕਾਸ਼ ਦਾ ਚੰਦੋਆ ਲੱਗਿਆ ਹੋਇਆ, ਉਹ ਸਾਰਿਆਂ ਉੱਤੇ ਹੀ ਹੈ। ਇਹ ਨਹੀਂ ਕਿ ਅਮੀਰਾਂ ਉੱਤੇ ਹੀ ਇਹ ਚੰਦੋਆ ਲੱਗਿਆ ਹੋਇਆ ਆਕਾਸ਼ ਦਾ, ਕਿਉਂਕਿ ਪਰਮੇਸ਼ਰ ਵਿਆਪਕ ਸਰੂਪ, ਉਹਦੀ ਸੱਤਾ ਸਾਰਿਆਂ ਵਾਸਤੇ ਹੀ ਕੰਮ ਕਰਦੀ ਹੈ। ਜੇ ਇਨਸਾਨ ਨੂੰ ਕਿਸੇ ਪੁੰਨ ਪ੍ਰਤਾਪ ਨਾਲ ਕੋਈ ਸ਼ਕਤੀ ਮਿਲਦੀ ਹੈ, ਉਹ ਆਪਣੇ ਲਈ ਜਾਂ ਜੋ ਉਹਦੇ ਨਾਲ ਕੋਈ ਹਿੱਤ ਰੱਖਦੇ ਹੈ, ਉਹਨਾਂ ਵਾਸਤੇ ਉਹਦਾ ਪ੍ਰਯੋਗ ਕਰਦਾ ਹੈ। ਬਲਕਿ ਦੂਏ ਤੋਂ ਉਹਦਾ ਸਭ ਕੁਝ ਖੋਹਣ ਵਾਸਤੇ, ਆਪਣੇ ਵਾਸਤੇ, ਆਪਣੇ ਪਰਿਵਾਰ ਵਾਸਤੇ ਹਿੰਗੋਂ ਜੋਰੀ ਜਾਇਜ਼ ਨਜਾਇਜ਼ ਵੀ ਕਰਦਾ ਹੈ। ਜਿਹੜੀ ਪਰਮਾਤਮਾ ਦੀ ਸ਼ਕਤੀ ਹੈ, ਉਹ ਸਮੁੱਚੇ ਵਿਸ਼ਵ ਵਾਸਤੇ ਕੰਮ ਕਰ ਰਹੀ ਹੈ। ਇਸ ਵਾਸਤੇ ਕਈ ਵਾਰੀ ਐਸਾ ਹੁੰਦਾ ਹੈ, ਜਿਹੜਾ ਰਾਜਾ ਸੀ ਉਹ ਦੁਨੀਆਂ ਨੂੰ ਰੰਜਨ ਪ੍ਰਸੰਨ ਕਰਨ ਵਾਸਤੇ ਉਹਨੂੰ ਕਿਸੇ ਪੁੰਨ ਤੋਂ ਸੱਤਾ ਮਿਲੀ ਸੀ, ਪਰ ਹੋਇਆ ਸਾਰਾ ਉਲਟ ਹੀ। ਇਹ ਸ੍ਰਿਸ਼ਟੀ ਉਸ ਮਾਲਕ ਦਾ ਬਗੀਚਾ ਹੈ। ਮਾਲੀ ਦਾ ਕੰਮ ਹੈ ਬਗੀਚੇ ਦੀ ਪਰਵਰਿਸ਼ ਕਰਨੀ, ਨਾ ਕਿ ਉਜਾੜਨਾ। ਇਹ ਸੰਸਾਰ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ। ਇਹਦੀ ਪਰਵਰਿਸ਼ ਵਾਸਤੇ ਰਾਜਾ, ਇਹਦੀ ਸੁਰੱਖਿਆ ਲਈ ਬਾੜ ਰੂਪ ਬਣਾਇਆ ਗਿਆ ਸੀ। ਬਾੜ ਖੇਤ ਨੂੰ ਖਾਏ, ਉਹ ਉਜਾੜਾ ਪੁਜਾੜਾ ਕਰੇ, ਜ਼ੁਲਮ ਧੱਕਾ ਧੋੜਾ ਕਰੇ, ਪਰਜਾ ਦੀ ਬਾਹ ਪੇਸ਼ ਨਾ ਜਾਏ। ਫਿਰ ਉਸ ਮਾਲਕ ਅੱਗੇ ਅਰਦਾਸ ਹੁੰਦੀ ਹੈ। ਫਿਰ ਸ੍ਰਿਸ਼ਟੀ ਦੇ ਜੀਵਾਂ ਦੀ ਰੱਖਿਆ ਵਾਸਤੇ ਭਗਵਾਨ ਕਿਸੇ ਨਾ ਕਿਸੇ ਰੂਪ ਵਿੱਚ ਅਵਤਾਰ ਧਾਰਨ ਕਰਕੇ ਆਉਂਦੇ ਹਨ। ਪਹਿਲਾਂ ਪ੍ਰੇਮ ਨਾਲ ਸਿਕਸ਼ਾ ਦੁਆਰਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਅਗਰ ਨਾ ਸਮਝਣ, ਫਿਰ ਉਹਨਾਂ ਅਵਤਾਰਾਂ ਨੇ ਵੀ ਸ਼ਸਤਰ ਚੁੱਕੇ ਹੈ। ਐਸੇ ਬਚਨ ਵੀ ਕਹੇ ਹਨ, ਚੂਕਾਰ ਹਮਾ ਹੀਲ ਸੇ ਦਰਗੁਜਸਤ, ਹਲਾਲ ਗੁਰਦਨ ਬਾ ਸ਼ਮਸ਼ੀਰ ਦਸਤ। ਜਦੋਂ ਦੁਨੀਆ ਦੇ ਸਾਰੇ ਆਪਾਪ ਫੇਲ ਹੋ ਜਾਣ, ਉਸ ਵੇਲੇ ਸ਼ਾਸਤਰ ਉਠਾਉਣਾ ਪੁੰਨ ਪ੍ਰਕਿਰਿਆ ਹੈ। ਸ਼੍ਰੀ ਰਾਮ ਚੰਦਰ ਜੀ ਦਾ ਲੈ ਲਓ, ਕ੍ਰਿਸ਼ਨ ਜੀ ਦਾ ਲੈ ਲਓ, ਸਾਡੇ ਗੁਰੂ ਸਾਹਿਬਾਂ ਦਾ 6ਵੇਂ 10ਵੇਂ ਦਾ ਲੈ ਲਓ। ਇਹ ਇਤਿਹਾਸ ਵਿੱਚ ਐਸੇ ਪ੍ਰਸੰਗ ਆਏ ਹਨ। ਰੋਜ਼ਾਨਾ ਕਥਾ ਵਾਰਤਾ ਸੁਣਨ ਵਾਲੇ ਇਹਨਾਂ ਗੱਲਾਂ ਨੂੰ ਸਮਝਦੇ ਹਨ। ਇਸ ਵਾਸਤੇ ਉਹਦੀ ਜਿਹੜੀ ਸ਼ਕਤੀ, ਉਹਦੇ ਦੁਆਰਾ ਇਹ ਸਾਰਾ ਵਿਸ਼ਵ ਪੈਦਾ ਹੋਇਆ, ਔਰ ਉਹਦੀ ਸ਼ਕਤੀ ਦੇ ਨਾਲ ਇਹ ਪਰਵਿਸ਼ ਪਾ ਰਿਹਾ ਹੈ। ਉਹਦੀ ਮਰਜ਼ੀ ਵਿੱਚ ਹੀ ਉਤਪਤ ਹੋਣਾ, ਸਥਿਤ ਹੋਣਾ ਤੇ ਖਤਮ ਹੋਣਾ, ਇਹ ਉਹਦੇ ਹੁਕਮ ਵਿੱਚ ਹੀ ਹੈ। ਜਿਹੜੇ ਸਿਆਣੇ ਲੋਕ ਆ ਉਹ ਤੋਂ ਹੁਕਮ ਨੂੰ ਸੱਤ ਕਰਕੇ ਮੰਨਦੇ ਆ, ਮਨਮੁਖ ਨਹੀਂ।
ਉਹ ਰੋਸ ਗਿਲਾ ਸ਼ਿਕਵਾ ਕਰਦੇ ਹਨ। ਬੱਚਾ ਜੰਮਿਆ ਸਾਰਿਆਂ ਦੇ ਅੰਦਰ ਖੁਸ਼ੀ ਹੁੰਦੀ ਹੈ। ਰਹਿਣ ਵੇਲੇ ਕੋਈ ਖੁਸ਼ ਰਹਿੰਦਾ, ਕੋਈ ਵਿਰੋਧ ਕਰਦਾ ਹੈ। ਮਰਨ ਵੇਲੇ ਸਾਰੇ ਸ਼ੋਕ ਕਰਦੇ ਹੈ। ਜਿਹੜੇ ਗੁਰਮੁਖ ਉਹ ਐਸਾ ਨਹੀਂ। ਉਹ ਕਹਿੰਦੇ ਜੰਮਣਾ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਇਹ ਜਨਮ ਰਹਿਣਾ ਅਤੇ ਮਰਨਾ ਉਹਦੇ ਹੁਕਮ 'ਚ ਹੈ। ਭਾਣੇ 'ਚ ਜੀਵ ਆਇਆ ਸੀ, ਭਾਣੇ 'ਚ ਰਿਹਾ, ਭਾਣੇ ਵਿੱਚ ਤੁਰ ਗਿਆ। ਉਹਨਾਂ ਨੂੰ ਇਹ ਭਾਈ ਸਾਹਿਬ ਭਾਈ ਭਿਖਾਰੀ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਉਹ ਗਿਆਨਵਾਨ ਪੁਰਸ਼ਾਂ ਦੀਆਂ ਗੱਲਾਂ ਬਾਤਾਂ, ਜਿਹੜਾ ਅਗਿਆਨੀਆਂ ਦਾ ਸੰਸਾਰ ਬੱਚਾ ਮਿਲਿਆ ਸੀ, ਸ਼ਰਾਬਾਂ ਕਬਾਬਾਂ ਨਸ਼ੇ ਪੱਤੇ ਮਾਸ ਮਦਰਾ ਉਸਰੇ ਕਲੀਬ ਨੱਚਦੇ ਡਾਂਸ ਭੰਗੜੇ ਕਈ ਤਰ੍ਹਾਂ ਦੀ ਗਲਤ ਪ੍ਰਕਿਰਿਆ ਕਰਦੇ ਹਨ। ਕਿੰਨਾ ਧਮੱਚੜ ਪਾਉਂਦੇ ਆ। ਮੰਗਣੇ ਵਿਆਹਾਂ ਸ਼ਾਦੀਆਂ 'ਚ ਵੀ ਇਸ ਤਰ੍ਹਾਂ ਦਾ ਊਲ ਜਲੂਲ ਪੁੱਠਾ ਸਿੱਧਾ ਬਹੁਤ ਕੁਝ ਕਰਦੇ ਆ। ਰਹਿੰਦਿਆਂ ਹੋਇਆਂ ਵੀ ਇਸ ਤਰ੍ਹਾਂ ਹੀ ਆ। ਕੋਈ ਚੰਗੇ ਕੋਈ ਬੁਰੇ ਕਰ ਰਿਹਾ। ਮਰਨ ਦੇ ਉੱਤੇ ਵੀ ਇਸ ਤਰ੍ਹਾਂ ਦਾ ਹੀ ਹੈ, ਰੋਣਾ ਪਿੱਟਣਾ ਕੀ ਕੁਛ ਹੁੰਦਾ ਹੈ। ਜਿਹੜੇ ਗਿਆਨਵਾਨ ਲੋਕ ਹਨ, ਸਮਦ੍ਰਿਸ਼ਟੀ ਵਾਲੇ ਲੋਕ, ਉਹ ਪਰਮਾਤਮਾ ਦਾ ਭਾਣਾ ਜਾਣ ਕੇ ਉਹਦੇ ਵਿੱਚ ਆਨੰਦ ਖੁਸ਼ ਰਹਿੰਦੇ ਆ। ਮਹਾਰਾਜ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਆਪ ਜੀ ਦੇ ਨੇਤਰਾਂ ਦੇ ਸਾਹਮਣੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਉਹਨਾਂ ਦੇ ਪਿਆਰੇ ਭਾਈ ਮਤੀ ਦਾਸ ਜੀ, ਸਤੀ ਦਾਸ ਜੀ, ਦਿਆਲ ਦਾਸ ਜੀ ਕਿੰਨੇ ਸੰਕਟਾਂ ਨਾਲ ਸ਼ਹੀਦ ਹੋਏ, ਸ਼ਹੀਦ ਕੀਤੇ ਗਏ। ਸ਼੍ਰੀ ਮਾਤਾ ਜੀ ਸਾਹਿਬਜ਼ਾਦੇ ਵੀ, ਮੁਕਤੇ ਵੀ, ਬੇਅੰਤ ਗੁਰਸਿੱਖ ਸਿੰਘ ਸਿੰਘਣੀਆਂ ਭੁਜੰਗੀ ਸ਼ਹੀਦੀਆਂ ਪਾਈਆਂ। ਘੁੱਗ ਵਸਤਾ ਹੋਇਆ, ਸ਼੍ਰੀ ਅਨੰਦਪੁਰ ਉਜਾੜਾ ਪੁਜਾੜਾ ਹੋਇਆ। ਲੁੱਟ ਖਸੁੱਟ ਕਿੰਨੀ ਤਬਾਹੀ ਹੋਈ। ਕਿਤਨਾ ਖੇਦ ਹੈ, ਕਿਤਨਾ ਦੁੱਖ ਹੈ। ਪਾਤਸ਼ਾਹ ਕਹਿਣ ਲੱਗਿਆ ਧਰਤੀ 'ਤੇ ਕੋਈ ਲਕੀਰਾਂ ਖਿੱਚੀ ਚਲੋ। ਲਕੀਰਾਂ ਖਿੱਚੀਆਂ, ਕਹਿਣ ਲੱਗੇ ਕਾਂਟਾ ਮਾਰ ਦਿਓ। ਕਹਿਣ ਲੱਗੇ ਤੁਹਾਨੂੰ ਕੋਈ ਕਲੇਸ਼ ਹੋਇਆ? ਕਹਿੰਦੇ ਜੀ ਕੋਈ ਕਲੇਸ਼ ਨਹੀਂ। ਕਹਿੰਦੇ ਬਸ ਸਾਡੀ ਤਾਂ ਐਸੀ ਅਵਸਥਾ ਹੀ ਹੈ। ਜਦੋਂ ਹੈ ਹੀ ਉਹਦੇ ਹੁਕਮ ਵਿੱਚ ਭਾਣੇ ਵਿੱਚ, ਫਿਰ ਹਰਕ ਸ਼ੋਕ ਕਾਹਦਾ? ਹਰਕ ਸ਼ੋਕ ਤੋਂ ਉੱਪਰ ਉੱਠਣ ਵਾਲਾ ਪੁਰਸ਼ ਜਿਹੜਾ, ਉਹਦਾ ਨਾਂ ਹੀ ਬ੍ਰਹਮ ਗਿਆਨੀ ਹੈ। ਹਰਕ ਸ਼ੋਕ ਜਾ ਕੇ ਨਹੀਂ, ਬੈਰੀ ਮੀਤ ਸਮਾਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਇਹ ਅੱਖਰਾਂ ਦਾ ਗਿਆਨੀ ਨਹੀਂ, ਆਤਮਾ ਦਾ ਗਿਆਨੀ, ਆਤਮਾ ਦਾ ਬੋਧ ਰੱਖਣ ਵਾਲਾ। ਅੱਖਰਾਂ ਦੇ ਗਿਆਨੀ ਤੇ ਬਹੁਤ ਹੈ, ਬੜੇ ਚਤਰ ਹੈ, ਕਿਸੇ ਨੂੰ ਬਾਰੇ ਨਹੀਂ ਆਉਣ ਦਿੰਦੇ। ਪਰ ਜੋ ਆਪਣੀ ਆਤਮਾ ਦਾ ਬੋਧ ਰੱਖਣ ਵਾਲਾ, ਉਹ ਪੁਰਸ਼ ਬਿਰਲਾ ਮਿਲਦਾ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨਿਵਾਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਨ। ਭੋਗ ਦੇ ਉੱਤੇ ਸਲੋਕ ਤਾਂ ਸਾਰੇ ਸੁਣਦੇ ਆ, ਪਰ ਇੱਕ ਸਲੋਕ ਉੱਤੇ ਵੀ ਅਮਲ ਕਰਨਾ ਬੜਾ ਔਖਾ। ਬਹੁਤਿਆਂ ਦਾ ਤਾਂ ਹੁੰਦਾ ਅੱਜ ਭੋਗ ਪਏਗਾ, ਜੰਮਣ ਵਾਲੇ ਦਾ, ਜੀਂਦੇ ਦਾ, ਮਰੇ ਦਾ ਛਕਣ ਛਕਾਉਣ ਨੂੰ ਚੰਗਾ ਮਿਲ ਜਾਏਗਾ। ਪਰ ਜੋ ਸਲੋਕਾਂ ਵਿੱਚ ਉਪਦੇਸ਼ ਸੀ, ਉਹ ਬਿਰਲੇ ਬੰਦੇ ਹੈ ਜਿਨ੍ਹਾਂ ਨੇ ਸਲੋਕਾਂ ਤੋਂ ਸਿੱਖਿਆ ਲੈ ਕੇ
ਸਲੋਕ ਮੁਕਤੀ ਨੂੰ ਪ੍ਰਾਪਤ ਕੀਤਾ ਹੋਵੇ, ਉਹਦੇ ਲੋਕ ਵਿੱਚ ਜਾਣ ਦਾ ਪ੍ਰਯਾਸ ਉਦਮ ਕੀਤਾ ਹੋਏ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਸਲੋਕ ਸੁਣ ਕੇ ਤਾਂ ਉਹਦੇ ਲੋਕ ਵਿੱਚ ਜਾਣਾ ਸੀ, ਅਸੀਂ ਇਹ ਲੋਕ ਵੀ ਵਿਗਾੜ ਲਿਆ, ਤੇ ਅੱਗੇ ਜਾਣ ਵਾਲੀ ਗੱਲ ਕਿਹੜੀ ਰਹਿ ਗਈ। ਹੁਣ ਤਾਂ ਜਿਹੜਾ ਐਕਸੀਡੈਂਟ ਨਾਲ ਮਰ ਜਾਏ, ਕੋਈ ਜ਼ਮੀਨ ਦੇ ਝਗੜੇ ਰਗੜੇ ਨਾਲ ਮਰ ਜਾਏ, ਔਰ ਫਾਹਾ ਲੈ ਕੇ ਮਰ ਜਾਏ, ਜ਼ਹਿਰ ਪੀ ਕੇ ਮਰ ਜਾਏ, ਉਹਨੂੰ ਸ਼ਹੀਦ ਬਣਾਈ ਜਾਂਦੇ ਆ। ਸ਼ਹੀਦ ਦਾ ਦਰਜਾ ਤਾਂ ਬਹੁਤ ਵੱਡਾ ਹੈ, ਸ਼ਹੀਦ ਹਰੇਕ ਨਹੀਂ ਹੁੰਦਾ ਹੈ। ਜਿਹੜਾ ਧਰਮ ਵਾਸਤੇ ਆਪਾ ਕੁਰਬਾਨ ਕਰਦਾ ਹੈ, ਸ਼ਹੀਦ ਇੱਕ ਤਾਂ ਜੋ ਰਾਸ਼ਟਰ ਵਾਸਤੇ ਤਨਖਾਹ ਵੀ ਲੈਂਦੇ ਆ, ਦੇਸ਼ ਦੀ ਰੱਖਿਆ ਵਾਸਤੇ ਬਲੀਦਾਨ ਦਿੰਦੇ ਆ, ਇਹ ਵੀ ਠੀਕ ਹੈ। ਬਾਰਡਰਾਂ 'ਤੇ ਖੜੇ ਆ, ਆਪਣਾ ਆਪ ਕੁਰਬਾਨ ਕਰ ਦਿੰਦੇ ਆ ਆਪਣੀ ਮਾਤ ਭੂਮੀ ਦੀ ਰੱਖਿਆ ਵਾਸਤੇ। ਔਰ ਇੱਕ ਹੈ ਗੁਰਧਾਮਾਂ ਨਿਸ਼ਾਨਾਂ ਵਾਸਤੇ, ਧਰਮ ਵਾਸਤੇ, ਦੂਜੇ ਦਾ ਬਚਾਅ ਕਰਨ ਵਾਸਤੇ ਆਪਣਾ ਆਪ ਕੁਰਬਾਨ ਕਰਨਾ, ਸਹੀ ਪਾਉਣੀ, ਆਪਾ ਵਾਰ ਦੇਣਾ। ਤੇ ਸ਼ਰਾਬਾਂ ਪੀ ਲਈਆਂ, ਮੂੰਹ ਸਿਰ ਮੁੰਨ ਲਿਆ, ਐਕਸੀਡੈਂਟ ਨਾਲ ਮਰ ਗਿਆ, ਇਹ ਸ਼ਹੀਦ ਹੋ ਗਿਆ, ਇਹ ਸ਼ਹੀਦ ਨਹੀਂ ਹੈ। ਸ਼ਹੀਦ ਦਾ ਦਰਜਾ ਤਾਂ ਬਹੁਤ ਵੱਡਾ ਹੈ। 100 ਸਾਖੀ ਵਿੱਚ ਸ਼ਹੀਦਾਂ ਦੀ ਸਾਖੀ ਆਈ ਹੈ। ਮਹਾਰਾਜ ਨੂੰ ਪੁੱਛਿਆ ਕਿ ਸ਼ਹੀਦ ਮਹਾਰਾਜ ਕੌਣ ਹੁੰਦੇ ਹਨ? ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫਰਮਾਇਆ, ਇਹ ਅਕਾਲ ਪੁਰਖ ਵੱਲੋਂ ਸਾਨੂੰ ਮਿਲੀ ਹੋਈ ਸੈਨਾ 96 ਕਰੋੜ। ਇਹ 3 ਭੇਦਾਂ ਦੇ ਆ, ਇੱਕ ਤਮੋਗੁਣੀ, ਇੱਕ ਰਜੋਗੁਣੀ, ਇੱਕ ਸਤੋਗੁਣੀ ਆ। ਇਹ ਕਿਹਨਾਂ ਤੋਂ ਵੀ ਉੱਪਰ ਆ, ਜੋ ਤੁਰੀਆ ਪਦ ਵਿੱਚ ਵਿਰਾਜਦੇ ਆ, ਗਿਆਨ ਭੂਮਿਕਾ ਵਿੱਚ। ਜਿਹੜੇ ਸਤੋਗੁਣੀ ਆ ਉਹ ਸ਼ਾਂਤ ਰਹਿੰਦੇ ਆ, ਜਿਹੜੇ ਰਜੋਗੁਣੀ ਆ ਉਹ ਦੁਨੀਆਂ ਦੀਆਂ ਕਾਮਨਾ ਪੂਰੀਆਂ ਕਰਦੇ ਆ, ਭੇਟਾ ਪੁਜਾਰੀਆਂ ਲੈਂਦੇ ਆ। ਤਮੋਗੁਣੀ ਆ ਜਿਹੜੇ ਗੁਰੂ ਘਰ ਦੀ ਸੁੱਖਣਾ ਸੁੱਖ ਕੇ ਦਿੰਦੇ ਨਹੀਂ ਨਾ, ਉਹਨਾਂ ਨੂੰ ਵੀ ਉਹ ਚਾਟਾ ਛਕਾਉਂਦੇ ਆ। ਪਹਿਲਾਂ ਤਾਂ ਸੁੱਖਣਾ ਸੁੱਖ ਲੈਂਦੇ, ਫਿਰ ਦਿੰਦੇ ਨਹੀਂ, ਫਿਰ ਸ਼ਹੀਦੀ ਪਹਿਰੇ ਲੱਗ ਜਾਂਦੇ ਆ। ਉਹ ਫਿਰ ਕੋਈ ਨਾ ਕੋਈ ਸਜ਼ਾ ਦਿੰਦੇ ਆ, ਚੇਤੇ ਕਰਾਉਂਦੇ ਆ। ਇਹ 3 ਤਰ੍ਹਾਂ ਦੇ ਆ। ਔਰ ਇਹ ਸੁਰਮਈ ਵਸਤਰ, ਤਮੋਗੁਣੀ, ਰਜੋਗੁਣੀ ਕੇਸਰੀ, ਸਤੋਗੁਣੀ ਜਿਹੜੇ ਆ ਉਹ ਉਜਲ ਸਫੇਦ। ਔਰ ਜਿਹੜੇ ਤੁਰੀਆ ਪਦ ਵਿੱਚ ਭਾਈ ਸਾਹਿਬ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ ਜੀਵਨ ਮੁਕਤ ਸਰੀਰ ਤਿਆਗਣ ਤੋਂ ਬਾਅਦ ਵਧੇ ਮੋਕਸ਼ ਨੂੰ ਪ੍ਰਾਪਤ ਕਰਦੇ ਹਨ, ਜਿਹੜੇ ਉਹਦੇ ਨਾਲ ਅਭੇਦ ਸਰੂਪ ਹਨ। ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਹੇ।
ਇਹ ਹੈ ਗਿਆਨਵਾਨ ਲੋਕ ਜਿਨ੍ਹਾਂ ਨੂੰ ਆਪਣੀ ਆਤਮਾ ਦਾ ਪੂਰਾ ਪੂਰਾ ਬੋਧ ਹੈ। ਮਹਾਰਾਜ ਨੇ ਕਿਹਾ ਕਲਯੁਗ ਦੇ ਵਿੱਚ ਪਰਮਾਤਮਾ ਨੇ ਸਾਰੀ ਸ਼ਕਤੀ ਸ਼ਹੀਦਾਂ ਨੂੰ ਦਿੱਤੀ ਹੈ। ਦੇਵਤਿਆਂ ਨੂੰ ਵੀ ਇਹਨਾਂ ਰਾਹੀਂ ਸਾਰਾ ਕੁਝ ਪਹੁੰਚਦਾ ਹੈ। ਸੰਸਾਰ ਦੇ ਉੱਤੇ ਵੀ ਇਹਨਾਂ ਨੂੰ ਕੋਈ ਰੋਕ ਟੋਕ ਨਹੀਂ, ਇਹ ਜਿੱਥੇ ਮਰਜ਼ੀ ਆ ਜਾ ਸਕਦੇ ਆ, ਇਹਨਾਂ ਨੂੰ ਕੋਈ ਪਾਬੰਦੀ ਨਹੀਂ ਹੈ। ਇਹ ਐਸੀ ਮਹਾਰਾਜ ਦੀ ਮਹਾਨ ਸੈਨਾ ਹੈ। ਇੱਕ ਸਿੰਘ ਨੇ ਕਿਹਾ ਕਿ ਮਹਾਰਾਜ ਜੰਗਲ ਦੇਸ਼ ਬੜਾ ਭੈ ਹੈ, ਕਹਿੰਦੇ ਅਸੀਂ ਤੁਹਾਨੂੰ ਸ਼ਹੀਦ ਬਖਸ਼ ਦਿੱਤਾ। ਜਦੋਂ ਜਾ ਰਿਹਾ ਮਨ 'ਚ ਫੁਰਨਾ ਆ ਗਿਆ ਕਿ ਮਹਾਰਾਜ ਨੇ ਕਿਹਾ ਅਸੀਂ ਸ਼ਹੀਦ ਦਾ ਪਹਿਰਾ ਨਾਲ ਲਾ ਦਿੱਤਾ, ਨਜ਼ਰ ਤੇ ਆਉਂਦੇ ਨੇ। ਉਸੇ ਵੇਲੇ ਉਹਨੇ ਦਰਸ਼ਨ ਦਿੱਤੇ, ਕਹਿੰਦੇ ਸਿੰਘਾ ਤੈਨੂੰ ਮਹਾਰਾਜ ਦੇ ਬਚਨ ਤੇ ਯਕੀਨ ਨਹੀਂ? ਕਹਿਣ ਲੱਗੇ ਮਹਾਰਾਜ ਆਪ ਦੀ ਸ਼ਕਤੀ ਕੈਸੀ ਹੈ। ਉਹਨਾਂ ਨੂੰ ਉਸੇ ਵੇਲੇ ਆਕਾਸ਼ ਨਾ ਸੀਸ ਪਤਾਲ ਵਿੱਚ ਚਰਨ ਇਤਨਾ ਆਕਾਰ ਵਧਾਇਆ, ਆਪਣੇ ਕਲਾਵੇ ਵਿੱਚ ਸਾਰੇ ਬ੍ਰਹਿਮੰਡ ਨੂੰ ਲੈ ਲੈਣ। ਕਹਿੰਦੇ ਮਹਾਰਾਜ ਤੁਹਾਡੇ 'ਚ ਇੰਨੀ ਸ਼ਕਤੀ ਹੈ। ਜਦੋਂ ਪੰਜਵੇਂ ਪਾਤਸ਼ਾਹ ਤਤੀ ਤਵੀ ਤੇ ਬਿਠਾਏ ਗਏ, ਗਰਮ ਗਰਮ ਰੇਤਾ ਪਾਇਆ ਗਿਆ। ਨੌਵੇਂ ਪਾਤਸ਼ਾਹ ਹੋਰ ਸਿੰਘ ਸਿੰਘਣੀਆਂ ਭੁਝੰਗੀਆਂ ਤੇ ਜ਼ੁਲਮ ਹੋਏ, ਉਦੋਂ ਤੁਸੀਂ ਕਿੱਥੇ ਸੀ? ਉਸੇ ਵੇਲੇ ਉਹਨਾਂ ਦੇ ਨੇਤਰਾਂ 'ਚ ਹੰਝੂ ਆ ਗਏ। ਕਹਿਣ ਲੱਗੇ ਤੈਨੂੰ ਗੁਰਸਿੱਖ ਹੋ ਕੇ ਐਸਾ ਬਚਨ ਨਹੀਂ ਸੀ ਕਰਨਾ ਚਾਹੀਦਾ। ਕਹਿੰਦੇ ਮੈਂ ਇਕੱਲਾ ਹੀ ਔਰੰਗਜ਼ੇਬ ਦਾ ਰਾਜ ਤਬਾਹ ਕਰ ਸਕਦਾ ਹਾਂ। ਗੁਰੂ ਭਾਣੇ ਵਿੱਚ ਹੈ, ਸਾਨੂੰ ਉਹਨਾਂ ਦੇ ਹੁਕਮ ਵਿੱਚ ਰਹਿਣਾ ਪੈਂਦਾ ਹੈ। ਗੱਜ ਕੇ ਬੋਲੋ ਵਾਹਿਗੁਰੂ। ਸ਼ਹੀਦਾਂ ਦੀ ਸ਼ਕਤੀ ਅੱਜ ਹੁਣ ਅਗਿਆਨੀ ਲੋਕ ਜਿਹਨੂੰ ਮਰਜ਼ੀ ਸ਼ਹੀਦਾਂ ਦੇ ਦਰਜੇ ਦੇਈ ਜਾਂਦੇ ਆ। ਇਹ ਸ਼ਹੀਦਾਂ ਦਾ ਬਹੁਤ ਵੱਡਾ ਅਪਮਾਨ ਕੀਤਾ ਜਾ ਰਿਹਾ ਹੈ। ਤੇ ਸ਼੍ਰੀਮਾਨ ਬਾਬਾ ਜਰਨੈਲ ਸਿੰਘ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਨਾਲ ਉਹਨਾਂ ਦੀਆਂ ਫੋਟੋਆਂ ਲਾਈ ਜਾਂਦੇ ਆ। ਜਿਹੜੇ ਜਿਹੜੀਆਂ ਸੰਪਰਦਾਵਾਂ ਟਕਸਾਲਾਂ ਦੇ ਮੂਹੀ ਮਹਾਂਪੁਰਖ ਸਾਨੂੰ ਪਤਾ ਹੀ ਨਹੀਂ। ਔਰ ਅਨਿਆਏ ਕੇ ਵਿਖੈ ਤਾਹਨ ਬਸੀਆ ਜਾਏ। ਅਨਿਆਂ ਦੀ ਨਗਰੀ ਬਣ ਗਈ। ਬੁਰਾ ਭਲਾ ਸਮਝਦੇ ਨਹੀਂ। ਖਲ ਗੁੜ ਇੱਕ ਹੈ ਭਾਏ ਬਣੀ ਹੋਈ ਹੈ। ਖਲ ਦਾ ਤੇ ਗੁੜ ਦਾ ਇੱਕੋ ਹੀ ਮੁੱਲ ਹੈ। ਮਨਮੁਖਾਂ ਦੇ ਸੰਸਾਰ ਵਿੱਚ ਗਿਆਨਵਾਨ ਤੇ ਅਗਿਆਨੀ ਇੱਕੋ ਦਰਜੇ ਵਿੱਚ ਦੀਦੇ ਹੈ। ਮਹਾਂਪੁਰਖਾਂ ਦਾ ਦਰਜਾ ਕਿਤਨਾ ਵੱਡਾ ਹੁੰਦਾ ਹੈ, ਸ਼ਹੀਦ ਦਾ ਦਰਜਾ ਕਿੱਡਾ ਵੱਡਾ ਹੈ। ਪਰ ਮੂਰਖਾਂ ਦੇ ਸੰਸਾਰ ਵਿੱਚ ਐਸਾ ਹੀ ਹੁੰਦਾ। ਬੇਕਦਰੇ ਲੋਕਾਂ ਦੇ ਅੰਦਰ ਸ਼ਹੀਦ ਦਾ ਦਰਜਾ ਤਾਂ ਬਹੁਤ ਵੱਡਾ ਦਰਜਾ ਹੈ। ਸ਼ਹੀਦ ਕੋਈ ਹਰੇਕ ਥੋੜ੍ਹੀ ਹੋ ਜਾਂਦਾ। ਇਹ ਤਾਂ ਜਿਹਦੇ ਤੇ ਮਹਾਰਾਜ ਮਿਹਰ ਕਰਦੇ, ਬਖਸ਼ਿਸ਼ ਕਰਦੇ ਆ, ਉਹਨਾਂ ਨੂੰ ਇਹ ਪਦਵੀਆਂ ਪ੍ਰਾਪਤ ਹੁੰਦੀਆਂ। ਜਿਹੜਾ ਸ਼ਹੀਦ ਹੈ ਉਹ ਮਰਨ ਤੋਂ ਬਾਅਦ ਵੀ ਨਹੀਂ ਮਰਦਾ। ਭਾਈ ਸਾਹਿਬ ਭਾਈ ਮਤੀ ਦਾਸ ਆਰਾ ਫੇਰ ਕੇ ਦੁਫਾੜ ਕੀਤੇ ਗਏ। ਜਪਜੀ ਸਾਹਿਬ ਪੂਰਾ ਚੱਲਦਾ ਸੀ। ਦਿਆਲ ਦਾਸ, ਸਤੀ ਦਾਸ, ਭਾਈ ਮਨੀ ਸਿੰਘ ਸਰੀਰ ਦੇ ਪੋਟੇ ਪੋਟੇ ਕੀਤੇ ਗਏ, ਟੋਟੇ ਕੀਤੇ ਗਏ। ਬਾਣੀ ਚੱਲਦੀ ਰਹੀ ਜਦੋਂ ਤੱਕ ਸੰਪੂਰਨ ਪਾਠ ਭੋਗ ਨਹੀਂ ਪਿਆ। ਇਹ ਤਾਂ ਸ਼ਹੀਦ ਹੋਏ, ਸ਼ਰਾਬਾਂ ਪੀ ਲਈਆਂ, ਮੀਟ ਆਂਡੇ ਖਾ ਲਏ, ਮੂੰਹ ਸਿਰ ਮੁੰਨ ਲਿਆ। ਇਹਨਾਂ ਦਾ ਨਾਮ ਸ਼ਹੀਦ ਨਹੀਂ ਹੈ। ਸ਼ਹੀਦਾਂ ਦਾ ਅਪਮਾਨ ਨਾ ਕਰੋ।
ਸ਼ਹੀਦਾਂ ਦਾ ਸਤਿਕਾਰ ਕਰਨਾ ਸਿੱਖੋ। ਸ਼ਹੀਦ ਪਦਵੀ ਦੀ ਮਹਾਨਤਾ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸ਼ਹੀਦ ਕੌਣ ਹੈ? ਸ਼ਹੀਦ ਉਹ ਬਣਦਾ ਜਿਹੜਾ ਪਹਿਲਾਂ ਮਰੀਦ ਬਣਦਾ ਹੈ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਸਿਦਕ ਸਬਰ ਸ਼ਾਹੀਦ ਭਰਮ ਭਉ ਖੋਵਣਾ। ਲਾਲਾ ਮੁੱਲ ਖਰੀਦ ਕਾਰੇ ਜੋਵਣਾ, ਪੱਖੇ ਕੀ ਤਾਗੀਦ ਪਗ ਮਲ ਮਲ ਧੋਵਣਾ। ਮਰੀਦ ਜਿਹੜਾ ਮੁਰਦਾ ਉਹੀ ਕਬਰ 'ਚ ਸਮਾਊਗਾ ਨਾ, ਜਿੰਦਾ ਦਾ ਕਫਨ ਪਾੜੂਗਾ। ਜਿਸ ਨੇ ਆਪਣੀ ਹੋਂਦ ਮਿਟਾ ਦਿੱਤੀ ਉਹਦਾ ਨਾਂ ਹੈ ਮਰੀਦ। ਜਿਹੜਾ ਕਿ ਇਹਦਾ ਮਰੀਦ ਹੀ ਨਹੀਂ ਬਣਿਆ ਉਹ ਸ਼ਹੀਦ ਕਿੱਥੋਂ ਹੋ ਜਾਊਗਾ? ਪਹਿਲਾਂ ਮਰੀਦ ਨਾਮ ਹੈ ਸਿੱਖ ਦਾ, ਸ਼ਹੀਦ ਨਾਮ ਹੈ ਬਾਬਾ ਦੀਪ ਸਿੰਘ ਵਰਗੇ ਸਿੰਘ ਦਾ। ਗੱਜ ਕੇ ਬੋਲੋ ਵਾਹਿਗੁਰੂ। ਸਿੱਖ ਤੋਂ ਸਿੰਘ ਬਣਨ ਲਈ 239 ਸਾਲ ਮਹਾਰਾਜ ਨੇ ਲਾਏ। ਗੁਰੂ ਨਾਨਕ ਸਾਹਿਬ ਨੇ ਸਿੱਖ ਬਣਾਏ, ਗੁਰੂ ਗੋਬਿੰਦ ਸਿੰਘ ਨੇ ਸਿੰਘ ਬਣਾਏ। ਸਿੱਖ ਤੋਂ ਸਫ਼ਰ ਸ਼ੁਰੂ ਹੋਇਆ। ਸਿੱਖ ਹੋਇਆ ਤਾਂ ਹਾਲੇ ਸਿੱਖ ਵੀ ਨਹੀਂ ਬਣੇ, ਤੇ ਸਿੰਘ ਕੀ ਬਣਨਾ? ਪਹਿਲਾਂ ਸਿੱਖ ਬਣਨਾ ਸਿੱਖ ਲਓ, ਸਿੱਖੇ ਹੀ ਨਹੀਂ ਬਣ ਰਹੇ ਤੇ ਸਿੰਘ ਤੇ ਬਹੁਤ ਦੂਰ ਆ। ਨਾਂ ਦੇ ਤਾਂ ਸਾਰੇ ਸਿੰਘ ਆ, ਰਖਾਈ ਫਿਰਦੇ ਆ, ਪਰ ਜੇ ਦੇਖਿਆ ਜਾਏ ਤੇ ਸਿੱਖੀ ਜਾਂ ਸਿੰਘਾਂ ਵਾਲੀ ਕੋਈ ਗੱਲ ਹੈਗੀ ਹੈ? ਖਾਲਸਾ ਤਾਂ ਬੜਾ ਸ਼ੁੱਧ ਸਰੂਪ ਸੀ, ਹੁਣ ਤਾਂ ਸ਼ਰਾਬਾਂ ਨਾਲ ਲਿਬੜੇ ਫਿਰਦੇ ਆ, ਤੰਬਾਕੂ ਦੀ ਸੜਿਆਨ ਮੂੰਹ ਚੋਂ ਆ ਰਹੀ ਹੈ, ਚਿੱਟਿਆਂ ਦੇ ਧੂਏ ਲੈ ਰਹੇ ਆ, ਨਾ ਉਹ ਵੀ ਸਿੰਘ ਰਖਾਈ ਫਿਰਦੇ ਆ। ਸਿੰਘ ਦਾ ਦਰਜਾ ਵੀ ਬਹੁਤ ਵੱਡਾ, ਸਿੱਖ ਦਾ ਦਰਜਾ ਵੀ ਬਹੁਤ ਵੱਡਾ। ਅਸੀਂ ਤਾਂ ਇਹਨਾਂ ਸ਼ਬਦਾਂ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਤਾਂ ਸ਼ਬਦ ਬਹੁਤ ਮਹਾਨ ਹਨ, ਬੜੇ ਪਵਿੱਤਰ ਹਨ। ਆਓ ਮਹਾਰਾਜ ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਸ ਸਰੀਰ ਦੀ ਪਵਿੱਤਰਤਾ ਵਾਸਤੇ ਸਰੀਰ ਨੂੰ ਸੰਬੋਧਨ ਕਰਕੇ ਵੀ ਉਪਦੇਸ਼ ਦਿੱਤਾ, ਮਨ ਨੂੰ ਸੰਬੋਧਨ ਕਰਕੇ ਵੀ, ਬੁੱਧੀ ਨੂੰ ਵੀ, ਸਾਰੇ ਇੰਦਰੀਆਂ ਨੂੰ ਵੀ। ਅੱਜ ਦੀ ਕਥਾ ਵਿੱਚ ਕੰਨਾਂ ਨੂੰ ਸੰਬੋਧਨ ਕਰਕੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ਾਂ ਕਰਦੇ ਹਨ। ਵਾਹਿਗੁਰੂ ਜੀ ਏ ਸ਼ਰਵਣ ਮੇਰੇ ਹੋ। ਇਹ ਮੇਰੇ ਸਰਵਣੋ, ਇਹ ਮੇਰੇ ਕੰਨੋਂ, ਤੁਸੀਂ ਇਸ ਗੱਲ ਨੂੰ ਵਿਚਾਰੋ। ਹੋਰ ਤਾਂ ਬਹੁਤ ਕੁਝ ਸੁਣਦੇ ਆ, ਇਹਨਾਂ ਕੰਨਾਂ ਨਾਲ ਧੰਨ ਗੁਰੂ ਨਾਨਕ ਸਾਹਿਬ ਦੇ ਬਚਨ ਵੀ ਸੁਣ ਲੈਣਾ ਕਰੋ। ਸਾਚਾ ਸੁਨਣਾ ਤੋ ਪਠਾਏ। ਇਹ ਕੰਨ ਜਿਹੜੇ ਆ ਗੰਦੇ ਗੀਤ, ਨਿੰਦਿਆ ਚੁਗਲੀ, ਝੂਠ ਫਰੇਬ ਦੀਆਂ ਗੱਲਾਂ ਸੁਣਨ ਵਾਸਤੇ ਨਹੀਂ ਬਣਾਏ। ਇਹ ਕੰਨ ਸੱਚੇ ਪਰਮਾਤਮਾ ਦੀ ਬਾਣੀ, ਸੱਚੇ ਪਰਮਾਤਮਾ ਦਾ ਜਸ ਸੁਣਨ ਵਾਸਤੇ ਭੇਜੇ ਆ, ਇਸ ਵਾਸਤੇ ਤੁਹਾਨੂੰ ਦਿੱਤੇ ਆ। ਤੇ ਜਿਹੜੇ ਕੰਨ ਉਹਦਾ ਜਸ ਨਹੀਂ ਸੁਣਦੇ, ਤੇ ਤੁਲਸੀਦਾਸ ਨੇ ਕਿਹਾ ਤੇ ਸ਼ਰਵਣ ਇਹੀ ਭਵਨ ਸਮਾਨਾ। ਕਹਿੰਦੇ ਉਹ ਜਿਹੜੇ ਕੰਨ ਆ ਉਹ ਤਾਂ ਸੱਪ ਦੀਆਂ ਖੁੱਡਾਂ ਆ, ਸੱਪ ਦੀਆਂ ਬਰਮੀਆਂ ਆ, ਉਹ ਕੰਨ ਥੋੜ੍ਹੀ। ਭਰਤਰੀ ਜੀ ਨੇ ਤੇ ਇੱਥੇ ਤੇ ਕਿਹਾ ਜਿਹੜਾ ਰਾਜਾ ਸਾਧੂ ਹੋਇਆ, ਬਿਕਰਮਾਜੀਤ ਦਾ ਵੱਡਾ ਭਰਾ, ਆ ਬਿਕਰਮਾਜੀਤ ਦੇ ਨਾਲ ਬਿਕਰਮੀ ਸੰਮਤ ਚੱਲਦਾ ਹੈ। ਖਿਆਲ ਹੈ ਬ੍ਰਹਮ ਪੁਰਾਣ 'ਚ ਲਿਖਿਆ ਕਿ ਜਿਸ ਦਿਨ ਬ੍ਰਹਮਾ ਜੀ ਨੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਸੀ, ਉਸ ਦਿਨ ਮਹਾਰਾਜਾ ਬਿਕਰਮਾਜੀਤ ਨੂੰ ਗੱਦੀ ਮਿਲੀ ਸੀ। ਉਸ ਦਿਨ ਦੇ ਹਿਸਾਬ ਨਾਲ ਇਹ ਬਿਕਰਮੀ ਸੰਮਤ ਸ਼ੁਰੂ ਕੀਤਾ ਗਿਆ ਸੀ। ਸੋ ਇਸ ਵਾਸਤੇ ਭਰਤਰੀ ਜੀ ਕਹਿੰਦੇ ਆ, ਖਲ ਜਨੋਂ ਕੇ ਬਚਨ ਪਰੇ ਨ ਕਰਨ ਮਝਾਰ। ਜਿਹੜੇ ਮੂਰਖਾਂ ਦੇ ਵਚਨ ਆ, ਦੁਸ਼ਟ ਲੋਕਾਂ, ਸਾਖਤ ਲੋਕਾਂ ਦੇ ਵਚਨ ਆ, ਉਹ ਸਾਡੇ ਕੰਨਾਂ ਵਿੱਚ ਨਾ ਪੈਣ। ਪਾਤਸ਼ਾਹ ਵੀ ਕਹਿੰਦੇ ਮੇਰੇ ਮੋਹਨ
ਸਰਵਨੀ ਇਹ ਨਾ ਸੁਣਾਏ, ਸਾਗਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਇਹ ਬਾਣੀ ਵੀ ਕਹਿੰਦੀ ਹੈ, ਕਹਾਉਨੇ ਅਸੀਂ ਸਿੱਖਿਆ ਇਹਨਾਂ ਕੰਨਾਂ ਨਾਲ ਦਿਨ ਰਾਤ ਗੰਦੇ ਗੀਤ, ਗੰਦੀਆਂ ਗੱਲਾਂ ਸੁਣਦੇ ਹਾਂ। ਅੱਜ ਜਿੱਥੇ ਕੁੰਡ ਚਰਚਾ ਉੱਥੇ ਕੀ ਚੱਲਦਾ ਸਾਰਾ ਦਿਨ? ਨਿੰਦਿਆ ਚੁਗਲੀ ਦੇ ਸੁਭਾਅ ਕੀ ਹੈ? ਬਾਣੀ ਦੀ ਕਥਾ ਹੁੰਦੀ ਹੈ, ਗੁਰਦੁਆਰੇ ਆ ਕੇ ਬਹਿਣਾ ਨਹੀਂ, ਬਸ ਆਲੇ ਦੁਆਲੇ ਘਮੇਟੇ ਕੱਢੀ ਜਾਣੇ ਆ, ਹਿੜ ਹਿੜ ਕਰੀ ਜਾਣਾ। ਜਿਵੇਂ ਕਿਤੇ ਨਾ ਬਾਜ਼ਾਰਾਂ 'ਚ ਘੁੰਮਦੇ ਲੋਕ, ਐਵੇਂ ਗੁਰਦੁਆਰਿਆਂ 'ਚ ਆ ਕੇ ਘੁੰਮਦੇ, ਹਰਲ ਹੱਲ ਕਰਦੇ ਫਿਰਦੇ, ਕੋਈ ਸ਼ਰਧਾ ਭਗਤੀ ਵਾਲਾ ਭਾਵ ਨਹੀਂ। ਸਾਡੀ ਤਾਂ ਇਹ ਦਸ਼ਾ ਬਣੀ ਹੋਈ ਹੈ। ਭੈ ਵੀ ਅਤੇ ਭਗਤੀ ਵੀ ਚਾਹੀਦੀ ਹੈ ਜਦੋਂ ਗੁਰੂ ਦੇ ਚਰਨਾਂ 'ਚ ਆਈਏ। ਗੁਰੂ ਦਾ ਭੈ ਵੀ ਰੱਖੋ, ਮਨ 'ਚ ਭਗਤੀ ਵੀ ਧਾਰੋ, ਸ਼ਰਧਾ ਭਗਤੀ ਵਾਲਾ ਭਾਵ, ਔਰ ਹੱਥ ਜੁੜੇ ਹੋਏ ਹੋਣ, ਅਰਦਾਸ ਕੀਤੀ ਜਾਏ। ਅਸੀਂ ਖੱਤੇ ਬਹੁਤ ਕਮਾਉਂਦੇ, ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਹੋ, ਹਮ ਪਾਪੀ ਬੜ ਗੁਨਹਗਾਰ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਇਉਂ ਹੋਣਾ ਤੇ ਸਾਡੇ ਮਨ 'ਚ ਕੋਈ ਭੈ ਹੀ ਨਹੀਂ, ਬਸ ਰੌਲਾ ਰੱਪਾ ਪਾਉਂਦੇ ਫਿਰਦੇ ਆ। ਕੋਈ ਅਦਬ ਸਤਿਕਾਰ ਨਹੀਂ, ਕੋਈ ਵੱਡੇ ਛੋਟੇ ਦਾ ਕੋਈ ਨਹੀਂ। ਬਸ ਜਿਵੇਂ ਆਮ ਧਮੱਚੜ ਪਾਉਂਦੀ ਦੁਨੀਆ ਫਿਰਦੀ ਹੈ ਸਿਨੇਮਿਆਂ 'ਚ, ਇਵੇਂ ਸਿੱਖਿਆ ਹੀ ਨਹੀਂ ਲਈ ਵੀ ਗੁਰੂ ਘਰ 'ਚ ਜਾਣਾ ਕਿਵੇਂ ਹੈ। ਇਹ ਬਾਣੇ ਉਸ ਤਰ੍ਹਾਂ ਦੇ ਬੇਪੜ੍ਹਦੇ ਜਾਂ ਕੱਪੜੇ ਪਾ ਗੁਰਦੁਆਰਿਆਂ 'ਚ ਆਉਂਦੇ ਆ। ਇਹ ਨਹੀਂ ਵੀ ਗੁਰੂ ਕੋਲ ਚੱਲੇ ਆ, ਕੋਈ ਇੱਜ਼ਤਦਾਰ ਬਸਤਰ ਪਾ ਕੇ ਜਾਈਏ। ਔਰ ਬੇਸ਼ਰਮੀ ਦੀ ਵੀ ਪੂਰੀ ਹੱਦ ਹੋਈ ਹੋਈ ਹੈ। ਐਸਾ ਵਾਤਾਵਰਨ ਬਣਿਆ ਹੋਇਆ ਸੰਸਾਰ ਦਾ, ਮਹਾਰਾਜ ਸਿੱਖਿਆ ਦੇ ਰਹੇ। ਇਹ ਸ਼ਰਵਣ ਹੋ ਮੇਰੇ ਹੋ, ਇਹ ਮੇਰੇ ਕੰਨੋਂ ਸੁਣ ਲਓ, ਸੱਚ ਹੈ ਸੁਣਨੇ ਨੂੰ ਪਠਾਏ। ਅਤੇ ਪਾਠੀ ਤਾਂ ਸੁਣਨਾ ਹੀ ਪਾਠ ਕਰੀ ਜਾਂਦੇ, ਮੋਹਰੇ ਹੈਗਾ ਨੰਨਾ, ਉਹ ਨਾਣਾ ਹੀ ਬੋਲੀ ਜਾਂਦੇ, ਕਿਉਂਕਿ ਇੱਧਰ ਧਿਆਨ ਦੇਣ ਦੀ ਲੋੜ ਹੀ ਨਹੀਂ, ਚੱਲੀ ਜਾਂਦਾ ਕੰਮ। ਕਿਹੜਾ ਪੁੱਛਣ ਦੱਸਣ ਵਾਲਾ? ਕੋਈ ਜੋ ਮਰਜ਼ੀ ਬੋਲੀ ਬੁਲਾਈ ਚਲੋ, ਪੁੱਛਣ ਵਾਲਾ ਤਾਂ ਕੋਈ ਹੈ ਨਹੀਂ। ਇਸ ਤਰ੍ਹਾਂ ਹੈ, ਜੇ ਤਾਂ ਉੱਤੇ ਕੋਈ ਅੰਕਸ ਹੋਵੇ ਫਿਰ ਤਾਂ ਭੈ ਹੁੰਦਾ ਨਾ। ਬਾਣੀ ਸ਼ੁੱਧ ਪੜ੍ਹਨੀ, ਸ਼ੁੱਧ ਕੀਰਤਨ ਕਰਨਾ, ਸ਼ੁੱਧ ਵਿਚਾਰ ਕਰਨੀ। ਨਿਰੰਕਸ ਹੋਇਆ ਸੰਸਾਰ, ਜਿਵੇਂ ਮਰਜ਼ੀ ਬੋਲੀ ਜਾਂਦੇ ਆ। ਦੇਖਣਾ ਅੱਖਾਂ ਨਾਲ ਲਿਖਿਆ ਕੀ ਹੈ, ਸੱਚ ਹੈ ਸੁਣਨਾ ਨੂੰ ਪਠਾਏ। ਇਹ ਕੰਨ ਜਿਹੜੇ ਹੈ, ਸੱਚੀ ਬਾਣੀ, ਸੱਚਾ ਉਪਦੇਸ਼, ਸੱਚ ਸੁਣਨ ਵਾਸਤੇ ਪਠਾਏ ਭੇਜੇ ਹਨ। ਸਾਚੈ ਸੁਨਨੈ ਲੋ ਪਠਾਏ, ਸਰੀਰ ਲਾਏ। ਇਹ ਸਰੀਰ ਨਾਲ ਕੰਨ ਲਾਏ ਹੈ ਸੱਚੀ ਬਾਣੀ ਸੁਣਨ ਵਾਸਤੇ। ਤੇ ਜਿਹੜੇ ਫਿਰ ਝੂਠ ਛਾੜ ਸੁਣਦੇ ਆ, ਫਿਰ ਕਈ ਵਾਰੀ ਬੋਲੇ ਵੀ ਹੋ ਜਾਂਦੇ ਆ ਨਾ। ਤੇ ਜਦੋਂ ਤੁਹਾਨੂੰ ਦਿੱਤੇ ਸੀ ਤੁਸੀਂ ਗਲਤ ਗੱਲਾਂ ਸੁਣੀ ਗਏ, ਹੁਣ ਬੋਲੇ ਹੀ ਠੀਕ ਆ। ਗੱਜ ਕੇ ਬੋਲੋ ਵਾਹਿਗੁਰੂ। ਤੁਹਾਨੂੰ ਦਿੱਤਾ ਤਾਂ ਸੱਚ ਸੁਣ ਲਈ ਸੀ, ਤੁਸੀਂ ਤਾਂ ਸਾਰੀ ਉਮਰ ਝੂਠੇ ਸੁਣਦੇ ਰਹੇ, ਫਿਰ ਚੁਬਾਰੇ ਚੜ੍ਹ ਜਾਂਦੇ ਨੇ। ਸੋ ਇਸ ਵਾਸਤੇ ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ। ਸੁਣੋ ਸਤ ਬਾਣੀ, ਸੱਚੀ ਬਾਣੀ ਸੁਣੋ ਜੀ। ਸੁਣੋ ਸਤ ਬਾਣੀ। ਇਹ ਜਿਹੜੀ ਸਤ ਸਰੂਪ ਪਰਮਾਤਮਾ ਦਾ ਗਿਆਨ ਦੇਣ ਵਾਲੀ ਬਾਣੀ, ਇਸ ਨੂੰ ਸੁਣਨਾ ਕਰੋ। ਜਿਤ ਸੁਣੀ ਮਨ ਤਨ ਹਰਿਆ ਹੋਆ। ਜਿਨ੍ਹਾਂ ਨੇ ਇਸ ਬਾਣੀ ਨੂੰ ਸੁਣਿਆ, ਮੰਨਿਆ, ਗ੍ਰਹਿਣ ਕੀਤਾ, ਅਮਲ ਵਿੱਚ ਲਿਆਂਦਾ, ਉਹਨਾਂ ਦਾ ਮਨ ਵੀ ਤਨ ਵੀ ਹਰਿਆ, ਪ੍ਰਫੁੱਲਤ ਹੋ ਗਿਆ। ਸਰੀਰ ਵੀ ਪਾਪਾਂ ਤੋਂ ਰਹਿਤ ਹੋ ਗਿਆ, ਮਨ ਵੀ ਪਾਪਾਂ ਤੋਂ ਰਹਿਤ ਹੋ ਗਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੁਜ਼ੱਫਰਾਬਾਦ ਦੇ ਇਲਾਕੇ ਦੀ ਪਾਲਪੁਰ ਗਏ ਸੀ ਨਾ, ਕੋੜਾ ਸੀ, ਉਹ ਘਰ ਦੇ ਵੀ ਬਾਹਰ ਛੱਡ ਗਏ।
ਕਿ ਗ੍ਰਸਤੀ ਵੀ ਉਹਨੂੰ ਸੰਭਾਲਦੇ ਜਿਹੜਾ ਇਹਨਾਂ ਨੂੰ ਪੈਸੇ ਕਮਾ ਕੇ ਦੇਵੇ, ਤੇ ਉਹਨੂੰ ਕਿੱਥੇ ਪੁੱਛਦੇ ਆ। ਰੱਬ ਨਾ ਕਰੇ ਕੋਈ ਲੰਗੜਾ ਲੂਲਾ ਨਾ ਜੰਮੇ, ਜੰਪਾਂ ਦੇ ਬੋਰੀ 'ਚ ਪਾ ਕੇ ਚੋਰੀ ਪਿੰਗਲਵਾੜੇ ਦੇ ਮੋਹਰੇ ਰੱਖੇ ਹੁੰਦੇ ਆ। ਪਤਾ ਨਾ ਪੀਤੇ ਖਰਚਾ ਕਰਨਾ ਪੈਣਾ, ਇੱਥੋਂ ਮਿਲਣਾ ਕੁਝ ਨਹੀਂ। ਅਤੇ ਜਿਹੜਾ ਆਪਾਂ ਨੂੰ ਕਮਾ ਕੇ ਦੇਵੇ ਉਹ ਤਾਂ ਆਪਣਾ ਮੁੰਡਾ, ਜਿਹੜਾ ਨਾ ਕਮਾ ਕੇ ਦੇਵੇ ਚਲੋ ਪਿੰਗਲਵਾੜੇ ਛੱਡਿਓ, ਛੱਡਣਾ ਵੀ ਚੋਰੀ। ਗੱਜ ਕੇ ਬੋਲੋ ਵਾਹਿਗੁਰੂ। ਉਹ ਫੇਰ ਚੰਗੇ ਆ ਜਿਹੜੇ ਵਿਚਾਰੇ ਸਾਂਭੀ ਜਾਂਦੇ ਆ, ਫੇਰ ਚੰਗੇ ਆ ਜਿਹੜੇ ਸੰਭਾਲ ਕਰੀ ਜਾਂਦੇ ਆ। ਬੁੱਢਾ ਜਿੰਨਾ ਚਿਰ ਕਮਾ ਕੇ ਦਿੰਦਾ ਸੀ ਬਾਪੂ ਜੀ ਸੀ, ਜਿਹੜੇ ਉਹ ਕਮਾਉਣੋਂ ਹਟ ਗਿਆ ਧੱਕੇ ਮਾਰੇ, ਉਹ ਬਿਰਧ ਆਸ਼ਰਮ 'ਚ ਧੱਕੇ ਖਾਂਦਾ ਫਿਰੇ। ਆਹੀ ਕੁਝ ਅੱਜ ਕੱਲ੍ਹ ਬਿਰਧ ਆਸ਼ਰਮ ਤਾਂ ਹੀ ਬਣੇ ਨਾ, ਬੁੱਢਿਆਂ ਨੂੰ ਨਹੀਂ ਕੋਈ ਸਮਝਦਾ ਸੀ। ਜੇ ਤਾਂ ਬਾਪੂ ਕਮਾ ਕੇ ਦੇਵੇ ਇਹ ਤਾਂ ਵੀ ਆਪਣਾ ਬਾਪੂ ਆ, ਜੇ ਨਾ ਕਮਾ ਕੇ ਦੇਵੇ ਫੇਰ ਨਹੀਂ ਉਹ ਬਾਪੂ। ਕਿਉਂਕਿ ਸਾਰਾ ਸੰਸਾਰ ਗਊ ਭਨਾਵੇ ਜਿਉਂ ਆਪਣੇ ਮਤਲਬ ਔਰ ਸਵਾਰਥ ਦਾ ਹੈ। ਨਾ ਕੋਈ ਮਾਂ ਆ, ਨਾ ਕੋਈ ਪੇ ਆ, ਨਾ ਕੋਈ ਭੈਣ ਭਰਾ ਆ, ਨਾ ਕੋਈ ਪਤੀ ਪਤਨੀ ਹੈ। ਰਿਸ਼ਤਾ ਸਾਰਾ ਸਵਾਰਥ ਦਾ ਹੈ। ਇਤਨਾ ਸੰਸਾਰ ਸਵਾਰਥੀ ਬਣ ਗਿਆ, ਪਰਮਾਰਥ ਤੇ ਖਤਮ ਹੀ ਹੋ ਗਿਆ ਹੈ। ਚਾਰ ਚੁਫੇਰੇ ਨਿਗਾਹ ਮਾਰ ਕੇ ਦੇਖ ਲਓ ਕਿਹੋ ਜਿਹਾ ਵਾਤਾਵਰਨ ਬਣਿਆ ਹੋਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਬੇਅੰਤ ਸਮੱਤ ਦਿੰਦੇ ਹੈ, ਪਰ ਸਾਡੇ ਕਰਮ ਇੰਨੇ ਮਾੜੇ ਹੈ। ਸੁਣਦੇ ਵੀ ਬਹੁਤ ਆ, ਪੜ੍ਹਦੇ ਵੀ ਹੈ, ਪਰ ਬਚਨ ਮੰਨਦੇ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣੋ ਸਤ ਬਾਣੀ। ਜਿਨ੍ਹਾਂ ਨੇ ਸੁਣੀ ਆ ਉਹਨਾਂ ਦਾ ਮਨ ਵੀ ਹਰਿਆ ਹੋ ਗਿਆ, ਪ੍ਰਫੁੱਲਤ ਆਨੰਦ ਸਰੂਪ 'ਚ ਰਹਿੰਦੇ ਹਰ ਵੇਲੇ। ਤਨ ਵੀ ਖਿੜਿਆ ਰਹਿੰਦਾ ਹੈ। ਰਸਨਾ ਰਸ ਸਮਾਣੀ। ਰਸਨਾ ਨਾਲ ਜਾਪ ਕਰਦਿਆਂ ਕਰਦਿਆਂ ਰਸ ਪੈਦਾ ਹੋ ਗਿਆ, ਤੇ ਉਸ ਰਸ ਨੂੰ ਪ੍ਰਾਪਤ ਕਰਕੇ ਜਿਹੜਾ ਸਾਰੇ ਰਸਾਂ ਨੂੰ ਦੇਣ ਵਾਲਾ ਪਰਮੇਸ਼ਰ ਆ ਨਾ, ਉਹਦੇ ਹੀ ਸਮਾਣੀ ਉਹ ਸਮਾ ਜਾਂਦੇ ਆ, ਅਭੇਦ ਹੋ ਜਾਂਦੇ ਹਨ। ਸੱਚ ਅਲਖ ਵਿਡਾਣੀ। ਉਹ ਸੱਚਾ ਅਲਖ ਸ਼ਕਤੀ ਵਿਰਤੀ ਦੁਆਰਾ ਤਾਂ ਜਾਣਿਆ ਨਹੀਂ ਜਾਂਦਾ, ਇਸ ਵਾਸਤੇ ਅਲਖ ਹੈ। ਵਡਾਣੀ ਬੜੇ ਅਚਰਜ ਕੌਤਕਾਂ ਨੂੰ ਕਰਨ ਵਾਲਾ ਹੈ। ਤਾਕੀ ਗਤ ਕਹੀ ਨਾ ਜਾਏ। ਗਤ ਜਿਹੜੀ ਮਰਜ਼ਾਦਾ ਬੜੀ ਅਲੌਕਿਕ ਹੈ, ਉਹਦੇ ਬਾਰੇ ਤਾਂ ਕਿਹਾ ਹੀ ਨਹੀਂ ਜਾਂਦਾ। ਬੰਦਿਆਂ ਨੇ ਤਾਂ ਆਪੋ ਆਪਣੀਆਂ ਮਰਜ਼ਾਦਾ ਬਣਾਈਆਂ ਹੋਈਆਂ ਨੇ। ਹੁਣ ਉਹਦੀ ਮਰਜ਼ਾਦਾ ਨੂੰ ਤਾਂ ਮੰਨਣ ਲਈ ਤਿਆਰ ਹੀ ਨਹੀਂ ਵੀ ਉਹਦੀ ਵੀ ਕੋਈ ਮਰਜ਼ਾਦਾ ਸੀ। ਸਾਰਿਆਂ ਨੇ ਆਪੋ ਆਪਣੀਆਂ ਬਣਾ ਲਈਆਂ ਨਾ। ਹੁਣ ਤਾਂ ਅੰਮ੍ਰਿਤ ਵੀ ਆਪੋ ਆਪਣੇ ਢੰਗ ਨਹੀਂ ਹੈ, ਅਤੇ ਜੇ ਦੁਆ ਹੋਵੇ ਨੇ ਸਾਡੀ ਜਥੇਬੰਦੀ ਤੋਂ ਨਹੀਂ ਛਕਿਆ, ਇਹ ਅੰਮ੍ਰਿਤ ਦੀ ਰਜਿਸਟਰੀ ਤੈਂ ਕਰਾ ਲਈ। ਇਹ ਅੰਮ੍ਰਿਤ ਤਾਂ ਕਲਗੀਆਂ ਵਾਲੇ ਪਾਤਸ਼ਾਹ ਦਾ। ਗੱਜ ਕੇ ਬੋਲੋ ਵਾਹਿਗੁਰੂ। ਹੁਣ ਅਸੀਂ ਵੰਡੀਆਂ ਹਰ ਗੱਲ 'ਚ ਹੀ ਪਾ ਕੇ ਬਹਿ ਗਏ ਹਾਂ। ਹਰ ਪਾਸੇ ਆਪੋ ਆਪਣੀ ਮਰਜ਼ਾਦਾ, ਆਪੋ ਆਪਣੇ ਢੰਗ ਰੰਗ ਬਣਾ ਲੈ। ਇਸੇ ਕਰਕੇ ਤਾਂ ਮਾਰ ਖਾ ਰਹੇ ਹਾਂ। ਅਤੇ ਮਹਾਰਾਜ ਨੇ ਉਪਦੇਸ਼ ਦਿੱਤਾ ਸੀ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ, ਉਹ ਛੱਡ ਦਿੱਤੀ ਗੱਲ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ। ਤਾਕੀ ਗਤ ਕਹੀ ਨਾ ਜਾਏ। ਉਸ ਪਰਮਾਤਮਾ ਦੀ ਜਿਹੜੀ ਗਤ ਮਰਜ਼ਾਦਾ ਨਾ ਬੜੀ ਅਲੌਕਿਕ ਹੈ, ਉਹ ਕਹਿਣ ਸੁਣ ਤੋਂ ਪਰੇ ਹੈ। ਕਹੈ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵਹੁ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਸੁਣਨਾ ਹੀ ਹੈ ਨਾ, ਸੁਣਨ ਬਿਨਾਂ ਕੋਈ ਰਹਿ ਤਾਂ ਸਕਦਾ ਨਹੀਂ। ਜਿਹੜਾ ਪਰਮੇਸ਼ਰ ਦਾ ਪਵਿੱਤਰ ਨਾਮ ਹੈ ਨਾ, ਉਹਨੂੰ ਸੁਣੋ, ਉਹਨੂੰ ਜਪੋ, ਉਹਦੇ ਨਾਮ ਦੀ ਵਿਆਖਿਆ ਸੁਣੋ, ਉਹਦੇ ਨਾਮ ਦਾ ਪਾਠ ਸੁਣੋ, ਉਹਦੇ ਨਾਮ ਦਾ ਕੀਰਤਨ ਸੁਣੋ, ਉਹਦੇ ਨਾਮ ਦੀ ਕਥਾ ਸੁਣੋ। ਸੁਣ ਤੋਂ ਤਾਂ ਬਿਨਾਂ ਰਹਿ ਨਹੀਂ ਸਕਦੇ, ਕਿਉਂਕਿ ਮਹਾਂਪੁਰਖਾਂ ਦਾ ਵਿਚਾਰ ਇਹ ਹੈ ਕਿ ਕੰਨ ਸਭ ਨੂੰ ਵੱਧ ਗੱਲਾਂ ਗ੍ਰਹਿਣ ਕਰਦੇ ਆ। 70% ਕੰਨਾਂ ਰਾਹੀਂ ਅੰਦਰ ਜਾਂਦਾ।
ਔਰ 25% ਜਿਹੜਾ ਉਹ ਰਸਨਾ ਨਾਲ ਤੇ 5% ਅੱਖਾਂ ਨਾਲ। ਕੰਨ ਸਭ ਨੂੰ ਜ਼ਿਆਦਾ ਅੰਦਰ ਲਿਆਉਂਦੇ ਆ, ਪਰ ਸਾਡਾ ਹਰ ਵੇਲੇ ਇੰਨੀਆਂ ਗਲਤ ਗੱਲਾਂ ਸੁਣਦੇ ਆ, ਦਿਨ ਰਾਤ ਇੱਧਰ ਹੀ ਲੱਗੇ ਹੋਏ ਆ। ਜਿੱਥੇ ਬਹਿ ਜਾਓ ਬਸ ਚੁਗਲੀਆਂ, ਨਿੰਦਿਆ, ਝੂਠ, ਫਰੇਬ, ਫਜ਼ੂਲ ਗੱਲਾਂ, ਬੇਮਰਜ਼ਾਦੀਆਂ। ਸਾਰਾ ਸੰਸਾਰ ਇੱਧਰ ਹੀ ਤੁਰਿਆ ਹੋਇਆ। ਬਿਰਲੇ ਬਿਰਲੇ ਆ ਜਿਨ੍ਹਾਂ ਨੂੰ ਨਾਮ ਬਾਣੀ ਦਾ ਰਾਸ ਆ। ਪਹਿਲਾਂ ਤਾਂ ਉਹ ਬਹਿੰਦੇ ਹੀ ਨਹੀਂ ਇਹੋ ਜਿਹਿਆਂ। ਕਿਤੇ ਟਾਈਮ ਮਿਲੇ ਤਾਂ ਫਿਰ ਕਿਨਾਰਾ ਕਸ਼ੀ ਕਰ ਲੈਂਦੇ ਆ। ਆਪਣੇ ਸਮੇਂ ਨੂੰ ਉਹ ਨਿਰਰਥਕ ਗਾਉਂਦੇ ਨਹੀਂ, ਭਜਨ ਸਿਮਰਨ ਵਿੱਚ ਲਾਉਂਦੇ ਆ। ਬਾਣੀ ਵਿੱਚ ਉਹਨਾਂ ਦੀ ਬਿਰਤੀ ਐਸੀ ਬਣ ਜਾਂਦੀ ਹੈ। ਸੰਤ ਬਾਬਾ ਠਾਕਰ ਸਿੰਘ ਜੀ ਹੁੰਦੇ ਸੀ ਪਿੰਡਰਾਂ ਵਾਲੇ, ਉਹਨੇ ਇੱਕ ਸਿੰਘ ਖੜਾ ਰੱਖਣਾ, ਉਹ ਹਰ ਵੇਲੇ ਉਹਨਾਂ ਨੂੰ ਨਿਤਨੇਮ ਦੀਆਂ ਬਾਣੀਆਂ ਜਾਂ ਜੋ ਹੁਕਮ ਕਰਨ ਉਹ ਪਾਠ ਸੁਣਾਉਂਦੇ ਰਹਿੰਦੇ ਸੀ। ਗੱਲਾਂ ਬਾਤਾਂ ਨੂੰ ਟਾਈਮ ਦਿੰਦੇ ਹੀ ਨਾ ਸੁਣਦੇ। ਐਸਾ ਉਹਨਾਂ ਦਾ ਪਵਿੱਤਰ ਜੀਵਨ ਬਣਿਆ ਹੋਇਆ ਸੀ। ਗੁਰਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਹਰ ਵੇਲੇ ਬਾਣੀ ਨੇ। ਜਾਂ ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਕਥਾ ਰਿਕਾਰਡਿੰਗ ਹੈ, ਉਹ ਸੁਣਦੇ ਰਹਿਣਾ ਉਹਨੂੰ। ਬਾਣੀ ਨਾ, ਇਹ ਤਾਂ ਮਹਾਂਪੁਰਖਾਂ ਦੇ ਜੀਵਨ ਹੈ। ਅਤੇ ਜਿਹੜੇ ਆਮ ਲੋਕ ਆ ਉਹਨਾਂ ਦਾ ਜਿੱਥੇ ਬਹਿ ਜਾਂਦੇ ਆ ਇਹੋ ਜਿਹੀਆਂ ਗੱਲਾਂ ਪੁੱਠੀਆਂ ਸੁਣੀ ਜਾਣੀਆਂ, ਕਰੀ ਜਾਣੀਆਂ। ਪਰ ਜਿਹੜੇ ਗੁਰਮੁਖ ਆ ਉਹਨੇ ਆਪਣੇ ਰਸਨਾ 'ਤੇ ਵੀ ਕੰਟਰੋਲ ਕੀਤਾ, ਅੱਖਾਂ 'ਤੇ ਵੀ, ਨੱਕ 'ਤੇ ਵੀ, ਕੰਨਾਂ 'ਤੇ ਵੀ, ਪੈਰਾਂ 'ਤੇ ਵੀ, ਹੱਥਾਂ 'ਤੇ ਵੀ, ਮਨ ਬੁੱਧੀ 'ਤੇ ਵੀ। ਅਤੇ ਜਿਨ੍ਹਾਂ ਨੇ ਇਹਨਾਂ ਇੰਦਰੀਆਂ ਨੂੰ, ਸਭ ਇੰਦਰੀਆਂ ਵੱਸ ਕਰ ਦਿੱਤੀਆਂ ਨੇ, ਸਤਵੰਤਾ ਸਾੜਾ, ਉਹ ਆਤਮਾ ਗਿਆਨੀ ਬਣਨ ਦੇ ਰਸਤੇ ਤੁਰ ਪੈਂਦੇ ਆ। ਅਤੇ ਜਿੰਨਾ ਸੰਸਾਰ ਆ ਉਹ ਸਾਰਾ ਦੇ ਉਦੋਂ ਮਨ ਬੁੱਧੀ ਇੰਦਰੀਆਂ ਦੀ ਗੁਲਾਮੀ ਵਿੱਚ ਲੱਗਾ ਹੋਇਆ। ਮਾੜਾ ਦੇਖਣਾ, ਮਾੜਾ ਬੋਲਣਾ, ਮਾੜਾ ਸੁਣਨਾ, ਮਾੜੇ ਪਾਸੇ ਜਾਣਾ, ਮਾੜੀਆਂ ਚੀਜ਼ਾਂ ਗ੍ਰਹਿਣ ਕਰਨੀਆਂ। ਅਸੀਂ ਜੀ ਮਹਾਰਾਜ ਦੇ ਸਿੰਘ ਹਾਂ ਅਤੇ ਠੇਕੇ 'ਚ ਬੈਠਾ ਤਾਂ ਬੋਤਲ ਪੀਣ ਡਿਆ, ਸਿੰਘ ਪੁਣਾ ਤੇਰਾ ਕਿੱਥੇ ਆ? ਕੋਈ ਹੈਗੀ ਸਿੰਘ ਪੁਣੇ ਵਾਲੀ ਗੱਲ? ਹੋਟਲ 'ਤੇ ਬੈਠਾ ਤੂੰ ਤਰਕਾਰੀ ਖਾਣ ਡਿਆ, ਕਿਉਂ ਸਿੰਘ ਪੁਣੇ ਦਾ ਬੇਇੱਜ਼ਤੀ ਕਰਦਾ, ਸਿੰਘ ਪੁਣੇ ਦਾ ਨਿਰਾਦਰ ਕਰ ਰਿਹਾ? ਮਹਾਰਾਜ ਦੇ ਸਿੰਘਾਂ ਦਾ ਤਾਂ ਜੀਵਨ ਹੀ ਬੜਾ ਅਲੌਕਿਕ ਆ। ਉਹ ਤਾਂ ਜਿੱਥੋਂ ਲੰਘ ਜਾਣ, ਜਿਹੜਾ ਸਿੰਘ ਹੋਵੇ ਉਹਦੇ ਦਰਸ਼ਨ ਦੇ ਨਾਲ ਜੀਵਨ ਪਲਟ ਜਾਂਦਾ। ਕਮਾਈ ਵਾਲੇ ਜਿਹੜੇ ਗੁਰਸਿੱਖ, ਉਹਨਾਂ ਦਾ ਤਾਂ ਜੀਵਨ ਹੀ ਐਸਾ ਬੜਾ ਅਲੌਕਿਕ ਹੁੰਦਾ। ਅੱਜ ਹੁਣ ਇਸ ਤਰ੍ਹਾਂ ਦਾ ਵਾਤਾਵਰਨ ਬਣਿਆ ਹੋਇਆ, ਉਹਦਾ ਆਪਣੇ ਆਪ ਨੂੰ ਬਹੁਤ ਪਵਿੱਤਰ ਮੰਨ ਰਹੇ। ਪਰ ਇਉਂ ਪਵਿੱਤਰਤਾ ਗੱਲਾਂ ਨਾਲ ਨਹੀਂ ਆਉਂਦੀ। ਪਵਿੱਤਰਤਾ ਲਿਆਉਣ ਵਾਸਤੇ ਉਪਦੇਸ਼ ਦੇ ਰਿਹਾ ਆਨੰਦ ਸਾਹਿਬ ਦੀ ਬਾਣੀ 'ਚ, ਸਾਰੀਆਂ ਇੰਦਰੀਆਂ ਨੂੰ ਕਾਬੂ ਕਰਨਾ, ਕੰਨਾਂ ਨਾਲ ਮਾੜੀ ਗੱਲ ਨਹੀਂ ਸੁਣਨੀ, ਰਸਨਾ ਨਾਲ ਮਾੜੀ ਗੱਲ ਬੋਲਣੀ ਨਹੀਂ, ਔਰ ਨੱਕ ਨਾਲ ਤੰਬਾਕੂ, ਭੈੜੀਆਂ ਚੀਜ਼ਾਂ ਦੀ ਦੁਰਗੰਧੀ, ਮਾੜੀਆਂ ਸੁਸਾਇਟੀਆਂ ਵਿੱਚ ਜਾਣਾ, ਪੈਰਾਂ ਨਾਲ ਚਰਨ ਸਫਲ ਪ੍ਰਦਖਣਾ ਕਰਕੇ, ਤ੍ਰਿਗ ਸੇਵਾ ਬਿਨ ਹੱਥ ਪੈਰ ਹੋਰ ਨਿਫਲ ਸਭ ਕਰਨੀ। ਸੋ ਇਸ ਵਾਸਤੇ ਉਹਨਾਂ ਨੇ ਆਪਣੇ ਕੰਨਾਂ ਨੂੰ ਵੀ, ਆਪਣੀਆਂ ਸਾਰੀਆਂ ਇੰਦਰੀਆਂ ਨੂੰ ਵੀ ਕਾਬੂ ਕੀਤਾ ਹੋਇਆ ਆਤਮਾ ਗਿਆਨ ਦੀ ਪ੍ਰਾਪਤੀ ਵਾਸਤੇ। ਕਹੈ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਹੁ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕਿਰਪਾ ਕਰਦੇ ਆ। ਇਹ ਅੰਮ੍ਰਿਤ ਨਾਮ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਇਹਨੂੰ ਸੁਣ ਕੇ ਪਵਿੱਤਰ ਹੋ ਜਾਓ। ਉਹ ਕੂੜ ਕਬਾੜਾ ਅੰਦਰ ਲਈ ਜਾਓਗੇ। ਅਤੇ ਹੁਣ ਤਾਂ ਲੋਕਾਂ ਨੇ ਇਹ
ਆ ਬੇਰ ਸਾਹਿਬ ਰੱਖੇ ਹੋਣੇ ਬਾਹਰ ਢੋਲ, ਕੂੜਾਦਾਨ ਹੁੰਦੇ ਨੇ, ਤੇ ਆ ਕੇ ਜੋ ਨਿੰਦਿਆ ਚੁਗਲੀ ਅੰਦਰ ਰੱਖੋਗੇ ਕੂੜਾਦਾਨ ਬਣ ਜਾਊਗਾ ਇਹ ਸਰੀਰ। ਤੇ ਜੇ ਬਾਣੀ ਕੇ ਅੰਦਰ ਬਾਣੀ ਦਾ ਪ੍ਰਕਾਸ਼ ਹੋਏਗਾ। ਹਰ ਮੰਦਰ ਇਹੋ ਸਰੀਰ ਹੈ ਜਿੱਥੋਂ ਹਰ ਜਾਤਾ, ਮਨ ਮੰਦਰ ਤਨ ਵੇਸ ਕਲੰਦਰ ਘਾਟੀ ਤੀਰਥ ਨਹਾਵਾ। ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ ਬਹੁੜ ਜਨਮ ਨਾ ਆਵਾ। ਇਹ ਸਰੀਰ ਇੱਕ ਮੰਦਰ ਹੈ, ਇਹਦੀ ਰਚਨਾ ਵੀ ਪਰਮਾਤਮਾ ਨੇ ਕੀਤੀ ਹੈ। ਇਹਦੇ ਅੰਦਰ ਆਪ ਵੀ ਜੋਤ ਸਰੂਪ ਬੈਠਾ ਹੋਇਆ, ਸਾਰੀ ਕਿਰਿਆ ਕਰ ਵੀ ਰਿਹਾ, ਦੇਖ ਵੀ ਰਿਹਾ। ਉਹ ਤੋਂ ਕੁਝ ਲੁਕਿਆ ਨਹੀਂ। ਅਸੀਂ ਲੁੱਕ ਕੇ ਕੀ ਕਰਦੇ ਹਾਂ ਉਹ ਸਭ ਕੁਝ ਜਾਣਦਾ ਹੈ। ਕੋਈ ਇੰਟਰਨੈਟ 'ਤੇ ਸਾਰਾ ਹੀ ਜਾਈ ਜਾਂਦਾ, ਉਹਦੇ ਕੋਲ ਡਾਟਾ ਬਣੀ ਜਾਂਦਾ। ਤੁਸੀਂ ਜਿੰਨਾ ਮਰਜ਼ੀ ਚੋਰੀ ਛਪੋਰੀ ਕਰੋ, ਉਹ ਸਾਰੀ ਉਹਦੀ ਇੰਟਰਨੈਟ ਐਡੀ ਮਹਾਨ ਆ, ਉਹ ਸਾਰਾ ਕੁਝ ਉੱਤੇ ਪਹੁੰਚ ਜਾਂਦਾ ਹੈ। ਆ ਦੂਜੀਆਂ ਇੰਟਰਨੈਟਾਂ ਦੀਆਂ ਤਾਂ ਬੜੀਆਂ ਗੱਲਾਂ ਕਰਦੇ, ਰੱਬ ਦੀ ਇੰਟਰਨੈਟ ਵਾਲੇ ਵੀ ਦੇਖ ਲਿਆ ਕਰੋ, ਉਹ ਵੀ ਸਭ ਕੁਝ ਜਾਣਦਾ ਹੈ। ਪ੍ਰਭ ਮੇਰਾ ਸਭਨਾਂ ਗੱਲਾਂ ਜੋਗਾ ਜੀਓ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਨਾਮ ਨੂੰ ਸੁਣੋ, ਜਪੋ, ਕਮਾਓ, ਧਾਰੋ, ਪਵਿੱਤਰ ਹੋ ਜਾਣਾ ਕਰੋ। ਸਾਚੈ ਸੁਨਨਾ ਲੋ ਪਠਾਏ। ਇਹ ਜਿਹੜੇ ਕੰਨ ਸੱਚੀ ਬਾਣੀ ਸੱਚਾ ਨਾਮ ਸੁਣਨ ਵਾਸਤੇ ਪਠਾਏ ਭੇਜੇ ਹਨ। ਇਹ ਪਿਆਰਿਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਇੱਕ ਇੱਕ ਪੌੜੀ ਵਿੱਚ ਇੱਕ ਇੱਕ ਵਿਸ਼ਾ ਪ੍ਰਸਤਾਵ ਲੈ ਕੇ ਕਿੰਨਾ ਸੁੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕੋਟਾਨ ਕੋਟ ਅਨੰਤ ਵੇਰੀ ਮਹਾਰਾਜ ਦਾ ਧੰਨਵਾਦ। ਉਹਨੇ ਸਾਡੇ ਮਾੜੇ ਕਰਮ ਵੱਲ ਨਹੀਂ ਦੇਖਿਆ, ਆਪਣੀ ਵਡਿਆਈ ਬਰਕਤ ਨੂੰ ਮੁੱਖ ਰੱਖਦਿਆਂ ਫਿਰ ਵੀ ਦਇਆ ਕਰਦੇ ਆ ਕਿ ਕਿਸੇ ਤਰ੍ਹਾਂ ਤੁਹਾਡਾ ਭਲਾ ਹੋ ਜਾਏ, ਨਰਕਾਂ 'ਚ ਨਾ ਜਾ ਕੇ ਨਾ ਡਿਗੋ। ਪਰ ਸਾਡੇ ਕਲਯੁਗ ਜੀਵਾਂ ਦੇ ਕਰਮ ਐਸੇ ਮਾੜੇ ਆ, ਜਿਵੇਂ ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾ ਬਣਿਆ। ਗੰਦਗੀ ਦੇ ਕੀੜੇ ਗੰਦ ਵੱਲ ਨੂੰ ਜਾਂਦੇ ਨਾ। ਉਹ ਸੂਰ ਦੇ ਮੂਹਰੇ ਕਿੰਨੇ ਬਰਕ ਲਾ ਲਾ ਕੇ ਮਠਿਆਈ ਪਰੋਸ ਕੇ ਰੱਖ ਦਿਓ, ਉਧਰ ਨਹੀਂ ਜਾਏਗਾ, ਰੂੜੀਆਂ ਗੰਦਗੀ ਵੱਲ ਜਾਏਗਾ। ਐਸੀ ਬਿਰਤੀ ਇਨਸਾਨ ਦੀ ਅੱਜ ਬਣੀ ਹੋਈ ਹੈ। ਗਲਤ ਪਾਸੇ ਨੂੰ ਮਾਇਆ ਖਰਚ ਕਰਕੇ ਵੀ ਜਾਂਦੇ ਆ, ਮਾਇਆ ਖਰਚ ਕਰਕੇ ਗਲਤ ਕੰਮ ਕਰਦੇ ਆ। ਪਰ ਗੁਰਮੁਖਾਂ ਦਾ ਜੀਵਨ ਇੱਕ ਅਦੁੱਤੀਏ, ਵੱਖਰਾ, ਸ੍ਰੇਸ਼ਟ, ਪਵਿੱਤਰ ਜੀਵਨ ਜੋ ਬਾਣੀ ਦੇ ਆਸ਼ੇ ਮੁਤਾਬਕ ਚੱਲਦੇ ਆ। ਅਤੇ ਮਹਾਰਾਜ ਉਹਨਾਂ ਨੂੰ ਇਸ ਲੋਕ 'ਚ ਵੀ ਅਗਲੇ ਲੋਕ 'ਚ ਵੀ ਬਰਕਤਾਂ ਦੇ ਨਾਲ ਭਰਪੂਰ ਕਰ ਦਿੰਦੇ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਰਸਨਾ ਤੋਂ, ਜਿਹਨੂੰ ਗੁਰਸਿੱਖ ਨਿਤਨੇਮ ਦੇ ਰੂਪ ਵਿੱਚ ਵੀ ਪੜ੍ਹਦੇ ਆ ਹਰ ਕਾਰਜ ਦੀ ਸੰਪੂਰਨਤਾ ਲਈ। ਸ਼੍ਰੀ ਆਨੰਦ ਸਾਹਿਬ ਦੀ ਪਰਮ ਪਵਿੱਤਰ ਬਾਣੀ, ਜਿਹਦੇ ਵਿੱਚ ਅੱਜ ਦੇ ਉਪਦੇਸ਼ ਵਿੱਚ ਕੰਨਾਂ ਬਾਰੇ ਸਾਰੀ ਸਿੱਖਿਆ ਦਿੱਤੀ ਹੈ। ਮਹਾਰਾਜ ਮਿਹਰ ਕਰਨੇ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਨਿਵਾਸ ਕਰਨ। ਆਈ ਸੰਗਤ ਨੂੰ ਜੀ ਆਇਆਂ, ਸਭ ਦਾ ਧੰਨਵਾਦ। ਪ੍ਰਬੰਧਕਾਂ ਦਾ, ਸੰਗਤਾਂ ਦਾ, ਸਮੂਹ ਸੇਵਾਦਾਰਾਂ ਦਾ। ਗੁਰੂ ਮਹਾਰਾਜ ਮਿਹਰ ਕਰਨ, ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।